Question number 47. The alkene formed as a major product. Question number 47. The alkene formed as a major product in the following elimination reaction. ਤਾਂ ਦੇਖੋ ਜਦੋਂ ਤੁਹਾਡੇ ਕੋਲ ਨਾਈਟ੍ਰੋਜਨ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਤੇ ਇੱਕ ਬੇਸ ਪ੍ਰੈਜ਼ੈਂਟ ਹੁੰਦਾ ਹੈ ਤੇ ਹੀਟਿੰਗ ਕੀਤੀ ਹੋਈ ਹੈ ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ ਤੁਹਾਡਾ ਹੋਫਮੈਨ ਪ੍ਰੋਡਕਟ ਬਣਦਾ ਹੈ। ਕੀ ਪ੍ਰੋਡਕਟ ਬਣਦਾ ਹੈ ਤੁਹਾਡਾ ਹੋਫਮੈਨ ਪ੍ਰੋਡਕਟ ਬਣਦਾ ਹੈ। ਹੋਫਮੈਨ ਪ੍ਰੋਡਕਟ ਦਾ ਮਤਲਬ ਕੀ ਹੁੰਦਾ ਹੈ ਤੁਸੀਂ ਇੱਥੇ ਲੈਸ ਸਬਸਟੀਟਿਊਟਡ ਐਲਕੀਨ ਫਾਰਮ ਕਰਨੀ ਹੈ। ਲੈਸ ਸਬਸਟੀਟਿਊਟਡ ਜੋ ਐਲਕੀਨ ਹੋਏਗੀ that will be your major product ਉਹ ਕੀ ਬਣੇਗਾ ਤੁਹਾਡਾ ਮੇਜਰ ਪ੍ਰੋਡਕਟ ਬਣੇਗਾ। ਤੁਸੀਂ ਇਹ ਫਾਰਮ ਕਰਨਾ ਹੈ। ਦੇਖੋ ਸਭ ਤੋਂ ਪਹਿਲਾਂ ਬੇਸ ਹੈ ਤਾਂ ਬੇਸ ਦਾ ਕੰਮ ਕੀ ਹੁੰਦਾ ਹੈ ਤੁਹਾਡਾ ਐਸਿਡਿਕ H ਨੂੰ ਅਬਸਟ੍ਰੈਕਟ ਕਰਨਾ ਤਾਂ ਇਹ H ਨੂੰ ਲੈ ਜਾਏਗਾ ਜਿੱਦਾਂ ਹੀ H ਨੂੰ ਲੈ ਕੇ ਗਿਆ ਇਹ ਬੌਂਡ ਇਸ ਤਰ੍ਹਾਂ ਸ਼ਿਫਟ ਕਰੇਗਾ ਤੇ ਜੋ ਤੁਹਾਡਾ ਨਾਈਟ੍ਰੋਜਨ ਵਾਲਾ ਬੌਂਡ ਹੈ ਉਹ ਕਲੀਵ ਕਰ ਜਾਏਗਾ ਐਂਡ देयर विल बी अ ਫਾਰਮੇਸ਼ਨ ਆਫ ਡਬਲ ਬੌਂਡ ਹੇਅਰ ਤੇ ਇੱਥੇ ਕੀ ਬਣੇਗਾ ਤੁਹਾਡਾ ਲੈਸ ਸਬਸਟੀਟਿਊਟਡ ਐਲਕੀਨ ਬਣੇਗੀ। ਇਹ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੋ ਤੁਹਾਡਾ ਬੇਸ ਹੈ ਉਹ ਤੁਹਾਡੇ ਐਸਿਡਿਕ ਹਾਈਡਰੋਜਨ ਨੂੰ ਲੈ ਕੇ ਜਾਏਗਾ ਜਿੱਦਾਂ ਹੀ ਐਸਿਡਿਕ ਹਾਈਡਰੋਜਨ ਲੈ ਕੇ ਗਿਆ ਤਾਂ ਬੌਂਡ ਅੰਦਰ ਨੂੰ ਸ਼ਿਫਟ ਕਰੇਗਾ ਡਬਲ ਬੌਂਡ ਫਾਰਮ ਕਰੇਗਾ ਐਂਡ ਕਾਰਬਨ ਤੇ ਜੋ ਨਾਈਟ੍ਰੋਜਨ ਵਾਲਾ ਬੌਂਡ ਹੈ ਉਹ ਕਲੀਵ ਕਰ ਜਾਏਗਾ। ਵਾਈ ਇਟ ਇਜ਼ ਕਲੀਵਿੰਗ ਬਿਕੋਜ਼ ਦੇਖੋ ਨਾਈਟ੍ਰੋਜਨ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਤਾਂ ਉਸਨੂੰ ਨਿਊਟਰਲਾਈਜ਼ ਕਰਨ ਦੇ ਲਈ ਇਟ ਵਿਲ ਗੇਨ ਦਾ ਇਲੈਕਟ੍ਰੋਨ ਫਰੋਮ ਦਾ ਕਾਰਬਨ ਨਾਈਟ੍ਰੋਜਨ ਬੌਂਡ ਤਾਂ ਅਗਰ ਉਹ ਇਲੈਕਟ੍ਰੋਨ ਨੂੰ ਗੇਨ ਕਰਕੇ ਕੀ ਹੋ ਜਾਂਦਾ ਹੈ ਤੁਹਾਡਾ ਨਿਊਟਰਲਾਈਜ਼ ਹੋ ਕੇ ਬਾਹਰ ਨਿਕਲ ਜਾਂਦਾ ਹੈ ਤੇ ਫਾਈਨਲ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਇੱਥੇ ਡੀ ਆਪਸ਼ਨ। Question number 49 ਕਹਿੰਦੇ which of the following gives yellow precipitate with the addition of your silver nitrate ਤਾਂ ਧਿਆਨ ਰੱਖਣਾ ਤੋ ਜੋ ਤੁਹਾਡਾ ਆਇਓਡੀਨ ਹੁੰਦਾ ਹੈ ਜਨਰਲੀ ਸਿਲਵਰ ਆਇਓਡਾਈਡ ਕੀ ਹੁੰਦਾ ਹੈ ਤੁਹਾਡਾ yellow precipitate ਦੀ ਕੀ ਕਰਦਾ ਹੈ ਫਾਰਮੇਸ਼ਨ ਕਰਦਾ ਹੈ ਤਾਂ ਤੁਸੀਂ ਦੇਖਣਾ ਹੈ ਕਿ ਕਿਸ ਗਿਵਨ ਆਪਸ਼ਨ ਦੇ ਵਿੱਚ ਤੁਹਾਡਾ ਆਇਓਡਾਈਡ ਬਾਹਰ ਨਿਕਲ ਸਕਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ ਬੀ ਆਪਸ਼ਨ ਹੈ ਜੋ ਤੁਹਾਡਾ ਸੀ ਆਪਸ਼ਨ ਹੈ ਐਂਡ ਜੋ ਤੁਹਾਡਾ ਡੀ ਆਪਸ਼ਨ ਹੈ ਤਿੰਨਾਂ ਵਿੱਚ ਕੀ ਹੈ ਤੁਹਾਡਾ ਆਇਓਡੀਨ ਜੋ ਹੈ ਡਾਇਰੈਕਟਲੀ ਅਟੈਚਡ ਹੈ ਤੁਹਾਡੇ ਬੈਂਜ਼ੀਨ ਰਿੰਗ ਦੇ ਨਾਲ ਡਿਊ ਟੂ ਮੈਸੋਮੈਰਿਕ ਇਫੈਕਟ ਇੱਥੇ ਕੀ ਆ ਜਾਏਗਾ ਡਬਲ ਬੌਂਡ ਕਰੈਕਟਰ ਆ ਜਾਂਦਾ ਹੈ ਤਾਂ ਡਬਲ ਬੌਂਡ ਕਰੈਕਟਰ ਆਣ ਕਰਕੇ ਆਇਓਡੀਨ ਨੂੰ ਬਾਹਰ ਨਿਕਾਲਣਾ ਮੁਸ਼ਕਿਲ ਹੋ ਜਾਂਦਾ ਹੈ ਜਦ ਕਿ ਅਗਰ ਇਹ ਆਪਸ਼ਨ ਚੈੱਕ ਕਰੂੰ ਤਾਂ ਅਗਰ ਮੈਂ ਇਥੋਂ ਆਇਓਡੀਨ ਬਾਹਰ ਨਿਕਾਲ ਦਿੰਨਾ ਹਾਂ ਤਾਂ ਇੱਥੇ ਕੀ ਬਣੇਗਾ ਤੁਹਾਡਾ ਬੈਂਜ਼ਾਈਲ ਕਾਰਬੋਕੇਟਾਈਨ ਬਣਦਾ ਹੈ CH2 ਪੋਜ਼ਿਟਿਵ ਐਂਡ CH2 ਜੋ ਪੋਜ਼ਿਟਿਵ ਹੈ that is resonance stabilized ਹੈ ਤਾਂ ਇਹ ਇਸ ਕਰਕੇ ਇਮੀਡੀਏਟਲੀ ਤੁਹਾਡਾ ਆਇਓਡਾਈਡ ਬਾਹਰ ਜਾ ਕੇ ਸਿਲਵਰ ਦੇ ਨਾਲ ਸਿਲਵਰ ਆਇਓਡਾਈਡ ਦੀ ਫਾਰਮੇਸ਼ਨ ਕਰੇਗਾ ਐਂਡ ਫਾਰਮਸ ਆ ਯੈਲੋ ਪ੍ਰੈਸਿਪਿਟੇਟ। ਠੀਕ ਹੈ ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। ਦੇਖੋ ਤੂੰ Cl ਹੈ ਅਗਰ Cl AgCl ਦੇ ਨਾਲ ਕੰਬਾਈਨ ਕਰਦਾ ਹੈ ਤਾਂ ਜੋ AgCl ਦੀ PPT ਹੁੰਦੀ ਹੈ that is white in color that is white in color ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਹੈ ਬਟ ਆਪਾਂ ਨੂੰ yellow ਪੁੱਛਿਆ ਹੈ ਤਾਂ yellow ਵਾਲਾ ਕਿਹੜਾ ਆਏਗਾ ਤੁਹਾਡਾ silver iodide। Question number 5050 ਕਹਿੰਦੇ the correct sequence for the synthesis of M-bromophenol from benzene ਤਾਂ ਦੇਖੋ ਆਪਾਂ ਲੈ ਕੇ ਚੱਲਦੇ ਹਾਂ let's suppose take ਕਿ ਤੁਸੀਂ ਬੈਂਜ਼ੀਨ ਲੈ ਲਈ ਹੈ ਦੇਖੋ ਬੈਂਜ਼ੀਨ ਲਿੱਤੀ ਹੈ ਬੈਂਜ਼ੀਨ ਤੋਂ ਦੇਖੋ ਆਪਾਂ ਪਹਿਲਾ ਆਪਸ਼ਨ ਚੈੱਕ ਕਰਦੇ ਹਾਂ ਪਹਿਲਾ ਕੀ ਕੀਤਾ ਹੈ ਨਾਈਟ੍ਰੇਸ਼ਨ ਤਾਂ ਦੇਖੋ ਨਾਈਟ੍ਰੇਸ਼ਨ ਕੀ ਹੈ ਤੁਹਾਡੀ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੈ ਜਿਹਦੇ ਵਿੱਚ ਤੁਹਾਡਾ ਨਾਈਟ੍ਰੋਨੀਅਮ ਆਇਨ ਜਨਰੇਟ ਹੋਏਗਾ ਤੇ ਬੈਂਜ਼ੀਨ ਦੇ ਉੱਪਰ ਤੁਹਾਡਾ ਇੱਕ ਨਾਈਟ੍ਰੋ ਗਰੁੱਪ ਲੱਗ ਜਾਏਗਾ ਐਂਡ देयर विल बी अ ਫਾਰਮੇਸ਼ਨ ਆਫ योर ਨਾਈਟ੍ਰੋਬੈਂਜ਼ੀਨ ਐਂਡ ਤੁਹਾਨੂੰ ਪਤਾ ਹੈ ਜੋ ਨਾਈਟ੍ਰੋ ਗਰੁੱਪ ਹੈ that is your electron withdrawing group ਤੇ ਜਦੋਂ ਵੀ ਤੁਹਾਡਾ ਇਲੈਕਟ੍ਰੋਨ withdrawing group ਹੁੰਦਾ ਹੈ that is your meta directing ਤਾਂ ਜੋ ਵੀ ਤੁਹਾਡਾ ਇਨਕਮਿੰਗ ਇਲੈਕਟ੍ਰੋਫਾਈਲ ਆਏਗਾ ਉਹ ਕਿਸ ਪੋਜੀਸ਼ਨ ਤੇ ਆਏਗਾ ਵਿਦ ਰਿਸਪੈਕਟ ਟੂ ਨਾਈਟ੍ਰੋ ਮੈਟਾ ਪੋਜੀਸ਼ਨ ਤੇ ਆਂਦਾ ਹੈ ਤਾਂ ਇੱਥੇ ਥੋੜਾ ਮੈਟਾ ਪੋਜੀਸ਼ਨ ਤੇ ਕੀ ਲੱਗ ਜਾਏਗਾ ਕਿ ਬ੍ਰੋਮੀਨ ਲੱਗ ਜਾਏਗਾ। ਉਸ ਤੋਂ ਬਾਅਦ ਕੀ ਹੈ ਰਿਡਕਸ਼ਨ ਦੇਖੋ ਜਦੋਂ ਅਗਰ ਤੁਸੀਂ ਇਸ ਦੀ ਰਿਡਕਸ਼ਨ ਕਰੋਗੇ ਤਾਂ ਰਿਡਕਸ਼ਨ ਕਰਨ ਦੇ ਨਾਲ ਜੋ ਤੁਹਾਡਾ ਨਾਈਟ੍ਰੋ ਕੰਪਾਊਂਡ ਹੈ ਉਹ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੁਹਾਡੇ ਅਮਾਈਨ ਚ NH2 ਰਿਡਕਸ਼ਨ ਦਾ ਮਤਲਬ ਕੀ ਹੁੰਦਾ ਹੈ ਐਡੀਸ਼ਨ ਆਫ ਹਾਈਡਰੋਜਨ ਐਂਡ ਰਿਮੂਵਲ ਆਫ ਆਕਸੀਜਨ ऑक्सीजन बाहर निकल जाएगा अटैच की हो जाएगा नाल हाइड्रोजन आ जाएगा सो दैट इज द प्रोडक्ट थर्ड प्रोडक्ट बनता है। अगर तुसी इस दी डाइजोनियम सॉल्ट दे नाल रिएक्शन करते हो तो देखो ये कादे विच कन्वर्ट हो जाएगा ਤੁਹਾਡਾ that will become N2 positive Cl negative ਤੇ ਇੱਥੇ ਕੀ ਆ ਜਾਏਗਾ ਤੁਹਾਡਾ Br ਅਗਰ ਇਸ ਦੀ ਰਿਐਕਸ਼ਨ ਡਾਈਜ਼ੋਨੀਅਮ ਸਾਲਟ ਦੇ ਨਾਲ ਕਰਦੇ ਹੋ it will form your benzene disonium salt with meta position ਤੇ bromine ਲੱਗਿਆ ਹੋਇਆ ਹੈ
ਆਫਟਰ ਦੈਟ ਅਗਰ ਤੁਸੀਂ ਇਸ ਦੀ ਹਾਈਡਰੋਲਿਸਿਸ ਕਰਦੇ ਹੋ ਤਾਂ ਹਾਈਡਰੋਲਿਸਿਸ ਕਰਨ ਦੇ ਨਾਲ ਤੁਹਾਡਾ ਇੱਥੇ ਕੀ ਹੁੰਦਾ ਹੈ, ਕਾਹਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤੁਹਾਡਾ ਬੈਂਜ਼ੀਨ ਡਾਈਜ਼ੋਨੀਅਮ ਸਾਲਟ ਤੁਹਾਡੇ ਫਿਨੋਲ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਦਾ ਫਾਈਨਲ ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਮੈਟਾਬ੍ਰੋਮੋਫਿਨੋਲ, ਜੋ ਕਿ ਤੁਹਾਨੂੰ ਚਾਹੀਦਾ ਹੈ। ਦੈਟ ਮੀਨਸ ਤੁਹਾਡਾ ਏ ਆਪਸ਼ਨ ਬਿਲਕੁਲ ਸਹੀ ਹੈ। ਤਾਂ ਧਿਆਨ ਰੱਖਣਾ, ਪਰ ਜਦੋਂ ਇਹ ਰਿਐਕਸ਼ਨ ਕੰਪਲੀਟ ਹੋਏਗੀ ਇੱਥੇ ਕੀ ਹੋਏਗੀ, ਨਾਲ ਤੁਹਾਡੀ ਨਾਈਟ੍ਰੋਜਨ ਗੈਸ ਰਿਲੀਜ਼ ਹੋਏਗੀ ਸਿਸਟਮ ਦੇ ਵਿੱਚੋਂ ਤੇ HCl ਗੈਸ ਤੁਹਾਡੇ ਸਿਸਟਮ ਦੇ ਵਿੱਚੋਂ ਬਾਹਰ ਰਿਮੂਵ ਹੋਏਗੀ। ਤਾਂ 50 ਦਾ ਆਂਸਰ ਕੀ ਆਏਗਾ ਤੁਹਾਡਾ, ਏ ਆਪਸ਼ਨ। Question number 51. A new carbon-carbon bond is not formed in। ਤਾਂ ਦੇਖੋ ਪਹਿਲੀ ਆਪਸ਼ਨ ਚੈੱਕ ਕਰਦੇ ਹਾਂ, ਫਰੀਡਲ ਕਰਾਫਟ ਅਸਾਈਲੇਸ਼ਨ। ਦੇਖੋ ਫਰੀਡਲ ਕਰਾਫਟ ਅਸਾਈਲੇਸ਼ਨ ਕੀ ਹੁੰਦਾ ਹੈ, ਬੈਂਜ਼ੀਨ ਦੀ ਰਿਐਕਸ਼ਨ ਅਗਰ ਤੁਸੀਂ ਅਸਾਈਲ ਕਲੋਰਾਈਡ ਦੇ ਨਾਲ ਇਨ ਦਾ ਪ੍ਰੈਜ਼ੈਂਸ ਆਫ ਐਲੂਮੀਨੀਅਮ ਟ੍ਰਾਈਕਲੋਰਾਈਡ ਕਰਦੇ ਹੋ ਤਾਂ ਇੱਥੇ ਕੀ ਹੁੰਦਾ ਹੈ ਤੁਹਾਡਾ ਐਸੀਟੋਫਿਨੋਨ ਕਹਿ ਸਕਦੇ ਹੋ ਦੀ ਫਾਰਮੇਸ਼ਨ ਹੁੰਦੀ ਹੈ, ਕਾਰਬਨ ਕਾਰਬਨ ਬੌਂਡ ਬਣਦਾ ਹੈ। ਤਾਂ ਇਹ ਆਪਸ਼ਨ ਤਾਂ ਥੋੜਾ ਗਲਤ ਹੈ, ਇਹਨਾਂ ਨੇ ਪੁੱਛਿਆ ਜਿਹਦੇ ਵਿੱਚ ਨਹੀਂ ਬਣਦਾ ਉਹ ਦੱਸਣਾ ਹੈ। ਸੈਕਿੰਡ, ਰੀਮਨ ਟੀਮਨ ਰਿਐਕਸ਼ਨ। ਰੀਮਨ ਟੀਮਨ ਕੀ ਹੁੰਦਾ ਹੈ ਤੁਹਾਡਾ, ਆਪਾਂ ਫਿਨੋਲ ਦੀ ਰਿਐਕਸ਼ਨ ਕਰਵਾਉਂਦੇ ਹਾਂ ਕਲੋਰੋਫਾਰਮ ਦੇ ਨਾਲ ਇਨ ਦਾ ਪ੍ਰੈਜ਼ੈਂਸ ਆਫ ਯੂਅਰ ਬੇਸ, ਤੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ ਤੁਹਾਡਾ ਸੈਲਿਸਿਲਿਕ ਐਲਡੀਹਾਈਡ, ਜਿਹਦੇ ਵਿੱਚ ਅਗੇਨ ਤੁਹਾਡੇ ਕਾਰਬਨ ਕਾਰਬਨ ਬੌਂਡ ਦੀ ਫਾਰਮੇਸ਼ਨ ਹੁੰਦੀ ਹੈ। ਥਰਡ, ਕਲੇਮੈਂਸਨ ਰਿਡਕਸ਼ਨ। ਕਲੇਮੈਂਸਨ ਰਿਡਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਤੁਹਾਡਾ ਕਾਰਬੋਨਿਲ ਕੰਪਾਊਂਡ ਹੈ, ਕਾਰਬੋਨਿਲ ਕੰਪਾਊਂਡ ਦੀ ਅਗਰ ਤੁਸੀਂ ਰਿਐਕਸ਼ਨ ਕਰਵਾਉਂਦੇ ਹੋ ਆਪਣਾ ਜ਼ਿੰਕ in the zinc amalgam ਦੇ ਨਾਲ in the presence of concentrated HCl, ਤਾਂ ਜੋ ਤੁਹਾਡਾ ਕਾਰਬੋਨਿਲ ਕੰਪਾਊਂਡ ਹੈ ਉਹ ਕਾਹਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤੁਹਾਡੇ ਐਲਕੇਨ ਪਾਰਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਸ ਰਿਐਕਸ਼ਨ ਦੇ ਵਿੱਚ ਕਿਤੇ ਵੀ ਤੁਹਾਡਾ ਕਾਰਬਨ ਕਾਰਬਨ ਬੌਂਡ ਨਹੀਂ ਬਣਿਆ, ਤਾਂ ਇੱਥੇ ਆਨਸਰ ਕੀ ਆਊਗਾ ਤੁਹਾਡਾ, ਸੀ ਆਪਸ਼ਨ। ਦੇਖੋ ਜੋ ਲਾਸਟ ਹੈ ਐਲਡੋਲ ਰਿਐਕਸ਼ਨ, ਐਲਡੋਲ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ, ਲੈਟ ਸਪੋਜ਼ ਕਿ ਤੁਸੀਂ ਕੀ ਲੈ ਲਿਆ, ਤੁਹਾਡੇ ਐਸੀਟੈਲਡੀਹਾਈਡ ਲੈ ਲਿਆ ਹੈ, ਤਾਂ ਐਸੀਟੈਲਡੀਹਾਈਡ ਦੀ ਜਦੋਂ ਤੁਸੀਂ ਰਿਐਕਸ਼ਨ ਕਰਵਾਉਂਦੇ ਹੋ ਇਨ ਦਾ ਪ੍ਰੈਜ਼ੈਂਸ ਆਫ ਬੇਸ ਜਾਂ ਤੁਹਾਡਾ ਕੋਈ ਐਸਿਡ ਦੀ ਪ੍ਰੈਜ਼ੈਂਸ ਕਰਦੇ ਹੋ ਤਾਂ ਇੱਥੇ ਜੋ ਤੁਹਾਡਾ ਫਾਈਨਲ ਪ੍ਰੋਡਕਟ ਬਣਦਾ ਹੈ that is your beta hydroxy aldehyde or ketone, that is your beta hydroxy aldehyde or ketone ਬਣਦਾ ਹੈ। ਤਾਂ ਇੱਥੇ ਜੋ ਤੁਹਾਡਾ ਆਨਸਰ ਕੀ ਆਏਗਾ, ਸੀ ਆਪਸ਼ਨ, ਬਿਕੋਜ਼ ਇੱਥੇ ਵੀ ਤੁਹਾਡੇ ਕਾਰਬਨ ਕਾਰਬਨ ਬੌਂਡ ਦੀ ਫਾਰਮੇਸ਼ਨ ਹੋ ਰਹੀ ਹੈ ਡੀ ਆਪਸ਼ਨ ਦੇ ਵਿੱਚ। ਕੁਐਸਚਨ ਨੰਬਰ 52 ਕਹਿੰਦੇ ਇੰਟਰਾਮੋਲੀਕੂਲਰ ਅਲਡੋਲ ਕੰਡੈਂਸੇਸ਼ਨ ਹੈ। ਦੇਖੋ ਆਪਾਂ ਕੀ ਯੂਜ਼ ਕਰਦੇ ਹਾਂ ਇੱਥੇ, ਬੇਸ ਯੂਜ਼ ਕਰਦੇ ਹਾਂ। ਤਾਂ ਦੇਖੋ ਬੇਸ ਕੀ ਕਰੇਗਾ, ਇੱਕ ਤੁਹਾਡਾ ਕੀ ਕਰੇਗਾ, ਮੰਨ ਲਓ ਬੇਸ ਨੇ ਤੋਂ ਐਸਿਡਿਕ H ਚੱਕ ਲਿਆ, ਇੱਥੇ ਕੀ ਰਹੇਗਾ ਨੈਗੇਟਿਵ, ਐਂਡ ਦੈਟ ਨੈਗੇਟਿਵ ਵਿਲ ਅਟੈਕ ਯੂਰ ਕਾਰਬੋਨਿਲ ਕਾਰਬਨ ਐਂਡ ਬੌਂਡ ਕੀ ਕਰੇਗਾ, ਸ਼ਿਫਟ ਕਰੇਗਾ। ਤੁਸੀਂ ਦੇਖੋ ਕਿੰਨੇ ਸਾਈਕਲਿਕ ਮੈਂਬਰ ਰਿੰਗ ਬਣ ਰਹੀ ਹੈ, 1 2 3 4 5 ਐਂਡ 6। ਤੇ ਇੱਥੇ ਦੇਖੋ ਸਾਈਕਲਿਕ ਮੈਂਬਰ ਰਿੰਗ ਕਿੰਨੀ ਬਣਦੀ ਹੈ, 6 ਮੈਂਬਰ ਰਿੰਗ ਬਣਦੀ ਹੈ। ਬਟ ਤੁਸੀਂ ਦੇਖੋ ਗਿਵਨ ਆਪਸ਼ਨ ਦੇ ਵਿੱਚ ਤੁਹਾਨੂੰ ਕਿਤੇ ਵੀ 6 ਮੈਂਬਰ ਰਿੰਗ ਦੀ ਫਾਰਮੇਸ਼ਨ ਨਹੀਂ ਦਿੱਤੀ, ਸੌਰੀ 6 ਨਹੀਂ ਬਣ ਰਹੀ ਰਾਜੇ, 5 ਹੀ ਬਣ ਰਹੀ ਹੈ, ਗਲਤੀ ਨਾਲ ਕਾਊਂਟਿੰਗ ਗਲਤ ਕਰਤੀ, 1 2 3 4 ਤੇ 5, 5 ਹੀ ਬਣ ਰਹੀ ਹੈ। ਤਾਂ ਦੇਖੋ ਮੈਂ ਇੱਕ 5 ਮੈਂਬਰ ਰਿੰਗ ਬਣਾ ਲੈਣਾ ਹਾਂ, ਨੰਬਰਿੰਗ ਕਰ ਦਿੰਦੇ ਹਾਂ 1 2 3 4 5। ਦੇਖੋ ਫਸਟ ਸੈਕਿੰਡ ਪੋਜੀਸ਼ਨ ਤੇ ਕੀ ਲੱਗਿਆ ਹੈ, ਡਬਲ ਬੌਂਡ O। ਫਿਫਥ ਪੋਜੀਸ਼ਨ ਤੇ ਕੀ ਆਏਗਾ ਤੁਹਾਡਾ, ਇੱਕ OH ਆਏਗਾ, ਇੱਕ ਕੀ ਆਏਗਾ ਤੁਹਾਡਾ CH3 ਗਰੁੱਪ ਆਏਗਾ। ਨਾਓ ਹੁਣ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇੱਥੇ ਕੀ ਹੈ, ਕੰਡੈਂਸੇਸ਼ਨ। ਕੰਡੈਂਸੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਤੁਸੀਂ ਇੱਥੋਂ ਵਾਟਰ ਨੂੰ ਰਿਮੂਵ ਕਰਨਾ ਹੈ। ਤਾਂ ਵਾਟਰ ਨੂੰ ਰਿਮੂਵ ਕਰ ਦੋ, ਦੇਖੋ ਇੱਥੋਂ OH ਐਂਡ ਇਸ ਕਾਰਬਨ ਤੋਂ ਕੀ ਚਲਾ ਜਾਏਗਾ, H ਚਲਾ ਜਾਏਗਾ। ਤਾਂ ਜਿੱਦਾਂ ਹੀ ਤੁਸੀਂ ਇੱਥੋਂ ਵਾਟਰ ਨੂੰ ਰਿਮੂਵ ਕਰੋਗੇ ਤਾਂ ਜੋ ਤੁਹਾਡਾ ਫਾਈਨਲ ਪ੍ਰੋਡਕਟ ਹੈ ਉਹ ਕੀ ਬਣੇਗਾ ਤੁਹਾਡਾ, ਦਿਸ ਵਨ ਬਣੇਗਾ। ਆਂਸਰ ਕੀ ਆਏਗਾ ਤੁਹਾਡਾ, ਡੀ ਆਪਸ਼ਨ। ਦੇਖੋ ਤੁਸੀਂ ਕਹੋਗੇ ਆਪਾਂ ਵਾਟਰ ਜੋ ਹੈ ਉਹ ਇੱਥੋਂ ਹੀ ਕਿਉਂ ਰਿਮੂਵ ਕਰਵਾਇਆ, ਦੇਖੋ ਇੱਥੇ ਕਿਉਂ ਕਰਵਾਇਆ, ਕਿਉਂਕਿ ਇੱਥੇ ਕੀ ਹੈ ਤੁਹਾਡੀ ਰੈਜ਼ੋਨੈਂਸ ਪੋਸੀਬਲ ਹੈ। ਆਫਟਰ ਦਾ ਰਿਮੂਵਲ ਆਫ ਵਾਟਰ ਜੋ ਤੁਹਾਡਾ ਪ੍ਰੋਡਕਟ ਬਣਿਆ ਹੈ that is your resonance stabilized, ਤਾਂ ਕਰਕੇ ਆਪਾਂ ਜੋ H ਹੈ ਉਹ ਇਸ ਪੋਜੀਸ਼ਨ ਦੇ ਉੱਪਰੋਂ ਰਿਮੂਵ ਕਰਵਾ ਰਹੇ ਹਾਂ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਇੱਥੇ ਆਂਸਰ ਕੀ ਆਏਗਾ ਤੁਹਾਡਾ, ਡੀ ਆਪਸ਼ਨ। ਕੁਐਸਚਨ ਨੰਬਰ 53 which of the following pair of alcohols can be distinguished by Victor Meyer test। ਦੇਖੋ ਜੋ ਵਿਕਟਰ ਮੇਅਰ ਟੈਸਟ ਹੁੰਦਾ ਹੈ ਉਹ ਹੈਲਪ ਕਰਦਾ ਹੈ ਟੂ ਡਿਸਟਿੰਗੁਇਸ਼ ਬਿਟਵੀਨ ਪ੍ਰਾਇਮਰੀ ਸੈਕੰਡਰੀ ਐਂਡ ਟਰਸ਼ਰੀ ਐਲਕੋਹਲ। ਤਾਂ ਪ੍ਰਾਇਮਰੀ ਅਲਕੋਹਲ ਦੇ ਨਾਲ ਉਹ ਰੈੱਡ ਕਲਰ ਦਿੰਦਾ ਹੈ, ਸੈਕੰਡਰੀ ਅਲਕੋਹਲ ਦੇ ਨਾਲ ਬਲੂ ਕਲਰ ਐਂਡ ਟਰਸ਼ਰੀ ਦੇ ਨਾਲ ਕਿਹੜਾ ਕਲਰ ਦਿੰਦਾ ਹੈ ਤੁਹਾਡਾ, ਵਾਈਟ ਕਲਰ ਦਿੰਦਾ ਹੈ।
ਤਾਂ ਆਪਣੇ ਕੋਲ ਇਹ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਅਲਕੋਹਲ ਨੂੰ ਡਿਸਟਿੰਗੁਇਸ਼ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਤਾਂ ਤੁਸੀਂ ਦੇਖੋਗੇ ਡੀ ਆਪਸ਼ਨ ਜੋ 1 ਪ੍ਰੋਪੇਨੋਲ ਹੈ that is your primary propanol, primary alcohol ਹੈ, ਐਂਡ ਜੋ ਤੁਹਾਡਾ 2 ਪ੍ਰੋਪੇਨੋਲ ਹੈ that is your secondary alcohol। ਤਾਂ ਤੁਸੀਂ ਪ੍ਰਾਇਮਰੀ ਤੇ ਸੈਕੰਡਰੀ ਅਲਕੋਹਲ ਨੂੰ ਇੱਥੇ ਡਿਸਟਿੰਗੁਇਸ਼ ਕਰ ਸਕਦੇ ਹੋ। Question number 54, which of the following arrangement represents syndiotic? ਦੇਖੋ ਕੀ ਹੁੰਦਾ ਹੈ, sin ਦਾ ਮਤਲਬ ਕੀ ਹੁੰਦਾ ਹੈ, alternate position ਤੇ ਤੁਹਾਡੀ ਜੋ ਸਟੀਰੀਓ ਕੈਮਿਸਟਰੀ ਹੈ ਉਹ ਕੀ ਹੋਣੀ ਚਾਹੀਦੀ ਹੈ, ਤੁਹਾਡੀ ਡਿਫਰੈਂਟ ਹੋਣੀ ਚਾਹੀਦੀ ਹੈ। ਦੇਖੋ ਇੱਥੇ ਉੱਪਰ ਨੀਚੇ ਉੱਪਰ ਨੀਚੇ ਉੱਪਰ ਨੀਚੇ ਅਲਟਰਨੇਟਲੀ ਚੱਲਦੀ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਸਿੰਡਾਇਓਟੈਕਟਿਕ। ਦੇਖੋ ਅਗਰ ਤੁਹਾਡੀ ਸਟੀਰੀਓ ਕੈਮਿਸਟਰੀ ਬਿਲਕੁਲ ਸੇਮ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਆਈਸੋਟੈਕਟਿਕ, ਉਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਆਈਸੋਟੈਕਟਿਕ। ਬਟ ਅਗਰ ਕੋਈ ਵੀ ਫਿਕਸਡ ਪੈਟਰਨ ਨਹੀਂ ਹੈ, ਇਰੈਗੂਲਰ ਰੀਅਰੇਂਜਮੈਂਟ ਹੈ, ਤਾਂ ਉਹਨਾਂ ਸਿਸਟਮਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਟੈਕਟਿਕ ਪੋਲੀਮਰਸ। ਤਾਂ ਧਿਆਨ ਰੱਖਣਾ ਤਿੰਨੋਂ ਇੰਪੋਰਟੈਂਟ ਨੇ, ਕੋਈ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਕੁਐਸਚਨ ਨੰਬਰ 55 ਕਹਿੰਦੇ ਮੇਜਰ ਪ੍ਰੋਡਕਟ ਦੱਸੋ। ਦੇਖੋ ਤੁਸੀਂ ਦੇਖ ਸਕਦੇ ਹੋ ਹੀਟਿੰਗ ਹੈ, ਤਾਂ ਹੀਟਿੰਗ ਤੇ ਹਮੇਸ਼ਾ ਆਪਾਂ ਕੀ ਕਰਦੇ ਹਾਂ, ਪਾਣੀ ਨੂੰ ਬਾਹਰ ਨਿਕਾਲਦੇ ਹਾਂ। ਤਾਂ ਇੱਥੋਂ ਮੰਨ ਲਓ OH ਨੂੰ ਬਾਹਰ ਨਿਕਾਲਤਾ, ਇੱਥੋਂ H ਨੂੰ ਬਾਹਰ ਨਿਕਾਲਤਾ, ਦੇਖੋ ਪਾਣੀ ਬਾਹਰ ਨਿਕਲ ਜਾਏਗਾ ਤਾਂ ਰਿੰਗ ਸਿਸਟਮ ਦੇਖੋ ਕਿੰਨੇ ਦੀ ਬਣੇਗੀ 1 2 3 4 5 ਤੇ 6 ਹੈ ਨਾ। ਤਾਂ 6 ਮੈਂਬਰ ਰਿੰਗ ਬਣੇਗੀ ਜਿਹਦੇ ਵਿੱਚ ਛਟਾ ਜੋ ਤੁਹਾਡਾ ਐਟਮ ਹੈ that is your oxygen, that is your 6 5 ਤੇ ਡਬਲ ਬੌਂਡ ਹੈ 4 3 2 1 ਤੇ ਅਗੇਨ ਡਬਲ ਬੌਂਡ ਹੈ ਤਾਂ ਇੱਥੇ ਕੀ ਬਣ ਜਾਏਗਾ ਤੁਹਾਡਾ ਇੱਕ ਐਸਿਟਿਕ ਐਨਹਾਈਡਰਾਈਡ ਗਰੁੱਪ ਬਣ ਜਾਏਗਾ। ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਧਿਆਨ ਰੱਖਣਾ ਜਦੋਂ ਵੀ ਹੀਟਿੰਗ ਆਂਦੀ ਹੈ ਮੋਸਟ ਆਫ ਦਾ ਕੇਸਿਸ ਦੇ ਵਿੱਚ ਆਪਾਂ ਜਾਂ ਤਾਂ ਵਾਟਰ ਨੂੰ ਬਾਹਰ ਨਿਕਾਲਦੇ ਹਾਂ ਜਾਂ ਆਪਾਂ ਕੋਈ ਗੈਸ ਨੂੰ ਰਿਲੀਜ਼ ਕਰਵਾਉਂਦੇ ਹਾਂ। Question number 57, which of the following amine can be prepared by Gabriel method? Gabriel method ਦੇ ਵਿੱਚ ਆਪਾਂ ਇੱਕ ਪ੍ਰਾਇਮਰੀ ਅਮੀਨ ਦੀ ਫਾਰਮੇਸ਼ਨ ਕਰ ਸਕਦੇ ਹਾਂ, ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣਾ ਹੈ। ਗੈਬਰੀਅਲ ਜੋ ਮੈਥਡ ਹੈ ਉਹਦੇ ਵਿੱਚ ਆਪਾਂ ਪ੍ਰਾਇਮਰੀ ਅਮੀਨ ਐਲੀਫੈਟਿਕ ਅਮੀਨ ਦੀ ਫਾਰਮੇਸ਼ਨ ਕਰਦੇ ਹਾਂ। ਆਪਾਂ ਸੈਕੰਡਰੀ ਜਾਂ ਟਰਸ਼ਰੀ ਅਮੀਨ ਕਹਿ ਲਓ ਜਾਂ ਤੁਹਾਡਾ ਐਰੋਮੈਟਿਕ ਪ੍ਰਾਇਮਰੀ ਅਮੀਨ ਕਹਿ ਲਓ, ਇਹਨਾਂ ਨੂੰ ਫਾਰਮ ਨਹੀਂ ਕਰ ਸਕਦੇ ਯੂਜ਼ਿੰਗ ਗੈਬਰੀਅਲ ਮੈਥਡ। ਠੀਕ ਹੈ। ਦੂਸਰਾ ਜੋ ਇਹਦੇ ਵਿੱਚ ਮਕੈਨਿਜ਼ਮ ਹੁੰਦਾ ਹੈ that is your SN2 ਮਕੈਨਿਜ਼ਮ। ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ A ਆਪਸ਼ਨ ਹੈ that is your 2 phenyl ethyl amine। ethyl amine ਕੀ ਹੈ ਤੁਹਾਡਾ CH3 CH2 NH2 that is your ethyl amine। ਹੁਣ ਦੇਖੋ 2 ਸੈਕਿੰਡ ਪੋਜੀਸ਼ਨ ਤੇ ਕੀ ਲੱਗਿਆ ਤੁਹਾਡਾ ਫਿਨਾਈਲ ਗਰੁੱਪ ਲੱਗਿਆ ਹੋਇਆ ਹੈ। So that is your primary aliphatic amine, that is your primary aliphatic amine। ਤਾਂ ਕਰਕੇ ਆਨਸਰ ਕੀ ਆਊਗਾ ਤੁਹਾਡਾ A ਆਪਸ਼ਨ। ਦੇਖੋ ਜੋ B ਹੈ ਟਰਸ਼ਰੀ ਬਿਊਟਾਈਲ ਅਮਾਈਨ ਹੈ 3 ਡਿਗਰੀ ਹੈ, ਉਹ ਗੈਬਰੀਅਲ ਮੈਥਡ ਦੇ ਨਾਲ ਫਾਰਮ ਨਹੀਂ ਕਰ ਸਕਦੇ। ਐਨਿਲੀਨ ਤੁਹਾਡਾ ਐਰੋਮੈਟਿਕ 1 ਡਿਗਰੀ ਅਮਾਈਨ ਹੈ, ਉਹ ਵੀ ਗੈਬਰੀਅਲ ਮੈਥਡ ਦੇ ਨਾਲ ਫਾਰਮ ਨਹੀਂ ਕਰ ਸਕਦੇ। The least reactive compound towards nucleophilic addition, न्यूक्लियोफाइल ने ऐड होना है आके। देखो पहली कंडीशन के न्यूक्लियोफाइल ने ऐड होना है तो न्यूक्लियोफाइल देखो अगर अटैक कर पाएगा ਤਾਂ ਹੀ जाके ऐड होएगा। ਤਾਂ जो पहली कंडीशन ਹੁੰਦੀ ਹੈ न्यूक्लियोफिलिक अटैक ਦੀ कि जो भी थोड़ा सबस्ट्रेट है ਉਹ ਕੀ ਹੋਣਾ ਚਾਹੀਦਾ ਹੈ ਲੈਸ ਸਟੈਰਿਕਲੀ ਕਲਾਉਡਡ ਹੋਣਾ ਚਾਹੀਦਾ ਹੈ। ਅਗਰ ਉਸਦੇ ਆਸੇ-ਪਾਸੇ ਭੀੜ ਘੱਟ ਹੋਏਗੀ ਤਾਂ ਹੀ ਉਹ ਜਾ ਕੇ ਅਟੈਕ ਕਰ ਪਾਏਗਾ। ਤਾਂ ਪਹਿਲਾ ਪੁਆਇੰਟ ਤੁਸੀਂ ਇਹ ਧਿਆਨ ਰੱਖਣਾ ਹੈ। ਤਾਂ ਦੇਖੋ ਆਪਾਂ ਲੱਭਦੇ ਹਾਂ ਪ੍ਰੋਪੇਨੋਨ, this is the structure of propanone। 2 pentanone, this is the structure of 2 pentanone। next है 3 pentanone, this is the structure of your 3 pentanone and the D option is your 2,4 ਡਾਈਮਿਥਾਈਲ ਪੈਂਟੇਨੋਨ। ਤੁਸੀਂ ਦੇਖ ਸਕਦੇ ਹੋ ਜੋ ਲਾਸਟ ਆਪਸ਼ਨ ਹੈ ਇਹਦੇ ਵਿੱਚ ਦੇਖੋ ਕਾਰਬੋਨਿਲ ਗਰੁੱਪ ਦੇ ਅਰਾਊਂਡ ਬਹੁਤ ਜ਼ਿਆਦਾ ਬਲਕੀ ਗਰੁੱਪ ਪ੍ਰੈਜ਼ੈਂਟ ਨੇ, ਤਾਂ ਇਸ ਕਰਕੇ ਨਿਊਕਲੀਓਫਾਈਲ ਦਾ ਆ ਕੇ ਇੱਥੇ ਅਟੈਕ ਕਰਨਾ ਥੋੜਾ ਜਿਹਾ ਮੁਸ਼ਕਿਲ ਕੰਮ ਹੈ। ਕਿਉਂ? ਕਿਉਂਕਿ ਇਸ ਨੂੰ ਕੀ ਮਿਲੇਗੀ ਸਟੈਰਿਕ ਹਿੰਡਰੈਂਸ ਮਿਲੇਗੀ ਡਿਊ ਟੂ ਦਾ ਪ੍ਰੈਜ਼ੈਂਸ ਆਫ ਦਾ ਮਿਥਾਈਲ ਬਲਕੀ ਗਰੁੱਪ, ਜਿਸ ਕਰਕੇ ਤੁਹਾਡੀ ਰਿਐਕਸ਼ਨ ਕੀ ਹੋ ਜਾਏਗੀ ਤੁਹਾਡੀ ਸਲੋ ਹੋ ਜਾਏਗੀ। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ ਆਏਗਾ। ਕੁਐਸਚਨ ਨੰਬਰ 59 ਕਹਿੰਦੇ 3 ਹੈਕਸਾਈਨ ਹੈ, ਅਗਰ ਤੁਸੀਂ ਉਸਦੀ ਟ੍ਰੀਟਮੈਂਟ ਕਰਦੇ ਹੋ HBr ਦੇ ਨਾਲ ਕੀ ਪ੍ਰੋਡਕਟ ਬਣਦਾ ਹੈ। ਤਾਂ ਦੇਖੋ that is the 3 ਹੈਕਸਾਈਨ, ਇਹ ਕੀ ਹੈ ਤੁਹਾਡਾ 3 ਹੈਕਸਾਈਨ ਹੈ। ਤਾਂ ਅਗਰ ਤੁਸੀਂ ਇਸ ਦੀ ਰਿਐਕਸ਼ਨ HBr ਦੇ ਨਾਲ ਕਰਦੇ ਹੋ ਤਾਂ ਅਗੇਨ ਇਹਦੇ ਵਿੱਚ ਮਾਰਕੋਨਿਕ ਆਫ ਰੂਲ ਲਗਾਓ। ਮਾਰਕੋਨਿਕ ਆਫ ਰੂਲ ਲਗਾਓਗੇ ਅਗਰ ਇੱਕ ਵਾਰੀ ਐਡ ਕਰਵਾਓਗੇ ਤਾਂ ਇੱਥੇ ਕੀ ਬਣੇਗਾ ਤੁਹਾਡਾ ट्रिपल बॉन्ड कादे विच कन्वर्ट हो जाएगा डबल बॉन्ड च कन्वर्ट हो जाएगा। तो इत्थे की बन जाएगा ਤੁਹਾਡਾ HBr ऐड हो जाएगा।
ਨਾਓ ਅਗੇਨ ਇਹਦੇ ਵਿੱਚ ਫਿਰ ਤੋਂ HBr ਐਡ ਕਰਵਾਓ ਤਾਂ ਦੇਖੋ ਜਿੱਥੇ ਹਾਈਡਰੋਜਨ ਪ੍ਰੈਜ਼ੈਂਟ ਹੈ ਉੱਥੇ ਕੀ ਆ ਜਾਏਗਾ, ਇੱਕ ਹਾਈਡਰੋਜਨ ਆ ਜਾਏਗਾ ਐਂਡ ਦੂਸਰੇ ਡਬਲ ਬੌਂਡ ਤੇ ਅਗੇਨ ਕੀ ਆ ਜਾਏਗਾ ਤੁਹਾਡਾ ਬ੍ਰੋਮੀਨ ਆ ਜਾਏਗਾ ਐਜ਼ ਪਰ ਯੂਅਰ ਮਾਰਕੋਨਿਕ ਆਫ ਰੂਲ, ਐਜ਼ ਪਰ ਯੂਅਰ ਮਾਰਕੋਨਿਕ ਆਫ ਰੂਲ। ਠੀਕ ਹੈ, ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਤਾਂ ਇੱਥੇ ਪ੍ਰੋਡਕਟ ਕੀ ਬਣ ਜਾਏਗਾ CH3 CH2 CH2 C Br Br CH2 CH3 ਤਾਂ ਇੱਥੇ ਜੋ ਤੁਹਾਡਾ ਫਾਈਨਲ ਆਂਸਰ ਕੀ ਬਣੇਗਾ ਤੁਹਾਡਾ B ਆਪਸ਼ਨ। Question number 60. Arrange the following compounds in decreasing order of their reactivity towards bromine. देखो एल्कीन है, एल्कीन ਦੇ ਵਿੱਚ ਬ੍ਰੋਮੀਨ ਐਡ ਕਰਨਾ ਹੈ ਮਤਲਬ ਇਲੈਕਟ੍ਰੋਫਾਈਲ ਐਡ ਕਰਨਾ ਹੈ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਐਲਕੀਨ ਜਿੰਨੀ ਜ਼ਿਆਦਾ ਇਲੈਕਟ੍ਰੋਨ ਰਿਚ ਹੋਏਗੀ, more electron rich more will be its reactivity। ਕਿਉਂ? ਕਿਉਂਕਿ ਜਿੰਨੇ ਜ਼ਿਆਦਾ ਇਲੈਕਟ੍ਰੋਨ ਐਲਕੀਨ ਕੋਲ ਪ੍ਰੈਜ਼ੈਂਟ ਹੋਣਗੇ ਓਨਾ ਹੀ ਜਲਦੀ ਇਲੈਕਟ੍ਰੋਫਾਈਲ ਇਹ ਤੇ ਆ ਕੇ ਅਟੈਚ ਹੋ ਸਕਦਾ ਹੈ। ਤਾਂ ਇੱਥੇ ਆਂਸਰ ਕੀ ਆਊਗਾ ਤੁਹਾਡਾ ਡੀ ਆਪਸ਼ਨ। ਕਿਉਂ? ਕਿਉਂਕਿ ਦੇਖੋ ਜੋ ਤੁਹਾਡਾ 2,3 ਡਾਈਮਿਥਾਈਲ 2 ਬਿਊਟੇਨ ਹੈ ਉਹਦੇ ਵਿੱਚ ਕੀ ਹੈ ਤੁਹਾਡਾ ਸਭ ਤੋਂ ਜ਼ਿਆਦਾ ਕੀ ਹੈ ਪ੍ਰੈਜ਼ੈਂਟ ਹੋਣਗੇ ਤੁਹਾਡੇ ਅਲਕਾਈਲ ਗਰੁੱਪ ਜੋ ਕੀ ਕਰਨਗੇ ਇੱਥੇ ਇਲੈਕਟ੍ਰੋਨ ਡੈਂਸਿਟੀ ਨੂੰ ਕੀ ਕਰ ਰਹੇ ਨੇ ਇਨਕਰੀਜ਼ ਕਰ ਰਹੇ ਨੇ। ਉਸ ਤੋਂ ਬਾਅਦ ਕੀ ਆਏਗਾ ਤੁਹਾਡਾ 2 ਮਿਥਾਈਲ ਪ੍ਰੋਪੀਨ ਐਂਡ ਦੈਨ ਆਏਗਾ ਪ੍ਰੋਪੀਨ ਐਂਡ ਸਭ ਤੋਂ ਐਂਡ ਤੇ ਆਏਗਾ ਤੁਹਾਡਾ ਇਥੀਨ। ਠੀਕ ਹੈ, ਤਾਂ ਇੱਥੇ ਆਂਸਰ ਕੀ ਆਊਗਾ ਤੁਹਾਡਾ ਡੀ ਆਪਸ਼ਨ ਬਿਕੋਜ਼ ਕਿਉਂਕਿ ਜੋ ਤੁਹਾਡੇ ਮਿਥਾਈਲ ਗਰੁੱਪ ਨੇ ਉਹ ਕੀ ਹੁੰਦੇ ਨੇ ਇਲੈਕਟ੍ਰੋਨ ਡੋਨੇਟਿੰਗ ਹੁੰਦੇ ਨੇ ਤਾਂ ਇਲੈਕਟ੍ਰੋਨ ਡੋਨੇਟਿੰਗ ਹੋਣ ਕਰਕੇ ਉਹ ਤੁਹਾਡੇ ਐਲਕੀਨ ਦੀ ਇਲੈਕਟ੍ਰੋਨ ਡੈਂਸਿਟੀ ਨੂੰ ਵਧਾ ਦੇਣਗੇ। अगर इलेक्ट्रॉन डेंसिटी ज्यादा होएगी तो उत्थे इलेक्ट्रोफाइल ईजिली अटैक कर पाएगा। तो 60 का आंसर की आएगा ਤੁਹਾਡਾ डी ऑप्शन। क्वेश्चन नंबर 61 the staggered conformation of ethane is more stable from the eclipsed one। देखो ਕੀ ਹੁੰਦਾ ਹੈ ਇਕਲਿਪਸ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਹਾਈਡਰੋਜਨ ਦੇ ਵਿੱਚ ਇਕਲਿਪਸਿੰਗ ਹੁੰਦੀ ਹੈ ਐਂਡ ਜੋ ਇਕਲਿਪਸਿੰਗ ਹੁੰਦੀ ਹੈ ਉਹ ਕਿੰਨੀ એનર્ਜੀ ਨੂੰ ਕੰਟਰੀਬਿਊਟ ਕਰਦੀ ਹੈ 4 ਕਿਲੋ ਜੂਲ ਪਰ ਮੋਲ ਨੂੰ ਕੰਟਰੀਬਿਊਟ ਕਰਦੀ ਹੈ। ਤਾਂ ਅਗਰ ਆਪਾਂ ਇਸ ਦਾ ਇਕਲਿਪਸ ਸਟਰਕਚਰ ਡਰਾ ਕਰੀਏ ਤਾਂ ਟੋਟਲ ਕਿੰਨੀਆਂ ਇਕਲਿਪਸ ਸਟ੍ਰੇਨ ਨੇ ਤੁਹਾਡੀਆਂ 3 ਨੇ, ਇੱਕ this one and this one। ਤਾਂ ਇੱਕ HH ਕਿੰਨੀ ਇਕਲਿਪਸਿੰਗ ਸਟ੍ਰੇਨ ਨੂੰ ਜਨਰੇਟ ਕਰਦਾ ਹੈ 4 ਕਿਲੋ ਜੂਲ ਪਰ ਮੋਲ ਨੂੰ ਤਾਂ 3 HH ਕਿੰਨੇ ਨੂੰ ਕਰਨਗੇ ਟੋਟਲ 12 ਕਿਲੋ ਜੂਲ ਪਰ ਮੋਲ। ਤਾਂ ਇੱਥੇ ਆਂਸਰ ਕੀ ਆਊਗਾ ਤੁਹਾਡਾ A ਆਪਸ਼ਨ। 61 ਦਾ ਆਂਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 62 what is the product of the following reaction। देखो एसिड है ਤਾਂ ਐਸਿਡ ਦੇ ਵਿੱਚ ਅਗਰ ਤੁਸੀਂ SOCl2 ਡਾਲਦੇ ਹੋ ਤਾਂ SOCl2 ਕੀ ਕਰਦਾ ਹੈ OH ਦੀ ਜਗ੍ਹਾ ਕਾਦੇ ਵਿੱਚ ਕਨਵਰਟ ਕਰ ਦਿੰਦਾ ਹੈ ਇੱਥੇ ਕਲੋਰੀਨ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਕਾਦੇ ਵਿੱਚ ਕਨਵਰਟ ਕਰ ਦਿੰਦਾ ਹੈ ਤੁਹਾਡੇ ਕਲੋਰੀਨ ਦੇ ਵਿੱਚ ਕਨਵਰਟ ਕਰ ਦਿੰਦਾ ਹੈ ਮਤਲਬ ਕੀ ਬਣੇਗਾ ਤੁਹਾਡਾ ਅਸਾਈਲ ਕਲੋਰਾਈਡ ਬਣੇਗਾ। ਆਫਟਰ ਦੈਟ ਤੁਸੀਂ ਇਹਦੇ ਵਿੱਚ ਕੀ ਪਾ ਦਿੱਤਾ ਹੈ ਸੋਡੀਅਮ ਅਜ਼ਾਈਡ ਤਾਂ N3 ਨੈਗੇਟਿਵ ਕੀ ਕਰੇਗਾ ਅਟੈਕ ਕਰੇਗਾ ਤੇ ਹੈਲੋਜਨ ਨੂੰ ਬਾਹਰ ਨਿਕਾਲ ਦੇਗਾ। ਤਾਂ ਨੈਕਸਟ ਸਟੈਪ ਦੇ ਵਿੱਚ ਕੀ ਹੋ ਜਾਏਗਾ ਇੱਥੇ ਤੁਹਾਡਾ ਸੋਡੀਅਮ ਅਜ਼ਾਈਡ ਬਣ ਜਾਏਗਾ। ਨਾਓ ਦੇਖੋ ਕੀ ਹੈ ਹੀਟ ਕੀਤਾ ਹੈ ਤਾਂ ਹੀਟ ਕਰਨ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਹਾਂ ਨਾਰਮਲੀ ਕੀ ਹੁੰਦਾ ਹੈ ਜਾਂ ਤਾਂ ਵਾਟਰ ਐਲੀਮੀਨੇਟ ਕਰਦਾ ਹੈ ਜਾਂ ਕੋਈ ਗੈਸ ਰਿਲੀਜ਼ ਹੁੰਦੀ ਹੈ ਤਾਂ ਇੱਥੋਂ ਕੀ ਹੈ ਤੁਹਾਡੀ ਨਾਈਟ੍ਰੋਜਨ ਗੈਸ ਜੋ ਹੈ ਉਹ ਤੁਹਾਡੀ ਬਾਹਰ ਨਿਕਲ ਸਕਦੀ ਹੈ ਤਾਂ ਜੋ ਤੁਹਾਡਾ ਇੰਟਰਮੀਡੀਏਟ ਬਣਦਾ ਹੈ that is your nitrine intermediate ਐਂਡ ਜੋ ਤੁਹਾਡਾ ਨਾਈਟ੍ਰੀਨ ਇੰਟਰਮੀਡੀਏਟ ਹੈ ਉਹ ਤੁਹਾਡਾ ਕੀ ਕਰਦਾ ਹੈ ਰੀਅਰੇਂਜਮੈਂਟ ਦੇ ਵਿੱਚ ਜਾਂਦਾ ਹੈ। ਕਾਦੇ ਵਿੱਚ ਜਾਂਦਾ ਹੈ ਤੁਹਾਡਾ ਰੀਅਰੇਂਜਮੈਂਟ ਦੇ ਵਿੱਚ ਜਾਂਦਾ ਹੈ ਟੂ ਫਾਰਮ ਯੂਅਰ ਅਲਕਾਈਲ ਆਈਸੋਸਾਇਨੇਟ ਐਂਡ ਅਗਰ ਤੁਸੀਂ ਇਸ ਦੀ ਰਿਐਕਸ਼ਨ ਵਾਟਰ ਦੇ ਨਾਲ ਕਰਦੇ ਹੋ ਤਾਂ that will converted into your amine group। ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੁਹਾਡੇ ਅਮਾਈਨ ਗਰੁੱਪ ਦੇ ਵਿੱਚ ਕਨਵਰਟ ਹੁੰਦਾ ਹੈ ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਦੇਖੋ ਹੁਣ ਅਮਾਈਨ ਵਾਟਰ ਦੇ ਵਿੱਚ ਕਿੱਦਾਂ ਕਨਵਰਟ ਹੁੰਦਾ ਹੈ ਇਹ ਚੀਜ਼ ਸਮਝ ਲਓ ਤੁਸੀਂ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ ਹੈ। ਦੇਖੋ ਨਾਈਟ੍ਰੋਜਨ ਜੋ ਹੈ that is more electronegative ਹੈ ਨਾ ਤਾਂ ਜਦੋਂ ਤੁਸੀਂ ਬੌਂਡ ਨੂੰ ਉੱਥੇ ਕਲੀਵ ਕਰੋਗੇ ਦੇਖੋ ਨਾਈਟ੍ਰੋਜਨ ਤੇ ਇਲੈਕਟ੍ਰੋਨੈਗੇਟਿਵ ਹੈ ਕਾਰਬਨ ਤੇ ਡੈਲਟਾ ਪੋਜ਼ਿਟਿਵ ਹੈ ਤਾਂ ਜੋ ਡੈਲਟਾ ਪੋਜ਼ਿਟਿਵ ਹੈ ਉਹ ਵਾਟਰ ਦਾ ਨੈਗੇਟਿਵ ਪਾਰਟ ਨੂੰ ਅਟੈਚ ਹੋਏਗਾ ਐਂਡ ਜੋ ਤੇ ਡੈਲਟਾ ਨੈਗੇਟਿਵ ਹੈ ਉਹ ਵਾਟਰ ਦਾ ਪੋਜ਼ਿਟਿਵ ਪਾਰਟ ਲਏਗਾ। ਤਾਂ ਅਗਰ ਦੋ ਬੌਂਡ ਟੁੱਟ ਰਹੇ ਨੇ ਤਾਂ ਇੱਥੇ ਦੋ H ਪੋਜ਼ਿਟਿਵ ਆਣਗੇ ਇੱਧਰ ਦੋ OH ਨੈਗੇਟਿਵ ਜਾਣਗੇ ਤੇ ਇੱਥੇ ਕਾਦੇ ਵਿੱਚ ਕਨਵਰਟ ਹੋ ਜਾਏਗਾ ਇਹ NH2 ਦੇ ਵਿੱਚ। ਠੀਕ ਹੈ, ਤਾਂ ਇੱਥੇ ਆਂਸਰ ਕੀ ਬਣੇਗਾ ਤੁਹਾਡਾ ਡੀ ਆਪਸ਼ਨ ਆਏਗਾ। क्वेश्चन नंबर 65 the reaction of cyclopentane with bromine water। देखो bromine water ਦੇ ਵਿੱਚ ਆਪਾਂ ਕੀ ਐਡ ਕਰਾਣਾ ਹੈ bromine plus OH negative ਇਹ ਐਡ ਕਰਵਾਣਾ ਹੈ ਤੇ ਦੋਨੋਂ ਜਦੋਂ ਡਬਲ ਬੌਂਡ ਤੇ ਐਡ ਹੁੰਦੇ ਨੇ ਦੋਨੋਂ ਐਂਟੀ ਐਡੀਸ਼ਨ ਕਰਦੇ ਨੇ ਮਤਲਬ ਦੋਨਾਂ ਦੀ ਸਟੀਰੀਓਕੈਮਿਸਟਰੀ ਕੀ ਹੁੰਦੀ ਹੈ
ਟਰਾਂਸ ਐਡੀਸ਼ਨ ਹੁੰਦਾ ਹੈ, ਆਪੋਜ਼ਿਟ ਸਾਈਡ ਤੋਂ ਐਡ ਕਰਦੇ ਨੇ ਬ੍ਰੋਮੀਨ ਇਨ ਦਾ ਪ੍ਰੈਜ਼ੈਂਸ ਆਫ ਵਾਟਰ। ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ ਬੀ ਆਪਸ਼ਨ ਹੈ ਉਹਦੇ ਵਿੱਚ ਬ੍ਰੋਮੀਨ ਡਾਊਨ ਦਾ ਗਰੁੱਪ ਹੈ ਐਂਡ OH ਅਬਵ ਦਾ ਗਰੁੱਪ ਹੈ, ਦੋਨੋਂ ਆਪੋਜ਼ਿਟ ਸਾਈਡ ਤੋਂ ਐਡ ਹੋ ਰਹੇ ਨੇ। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ ਬੀ ਆਪਸ਼ਨ। ਆਨਸਰ ਕੀ ਬਣੇਗਾ ਤੁਹਾਡਾ ਬੀ ਆਪਸ਼ਨ। Question number 66. Which of the following compound will react with ethanoic potassium cyanide? देखो potassium cyanide है KCN है, K positive CN negative ਤੇ CN negative ਕੀ ਹੈ ਤੁਹਾਡਾ ਨਿਊਕਲੀਓਫਾਈਲ ਹੈ। ਹੁਣੇ ਦੱਸਿਆ ਹੈ ਨਿਊਕਲੀਓਫਾਈਲ ਨੇ ਜਿੱਥੇ ਅਟੈਕ ਕਰਨਾ ਹੈ ਸਭ ਤੋਂ ਪਹਿਲੀ ਗੱਲ ਕੀ ਹੈ ਉਹਦੇ ਕੋਲ ਜਗ੍ਹਾ ਪ੍ਰੋਪਰ ਹੋਣੀ ਚਾਹੀਦੀ ਹੈ ਕਿ ਜੋ ਤੁਹਾਡਾ ਸਬਸਟ੍ਰੇਟ ਹੈ that should be less sterically crowded। ਦੇਖੋ ਆਪਾਂ ਆਪਸ਼ਨਸ ਡਰਾ ਕਰਦੇ ਹਾਂ, ਪਹਿਲਾ ਕੀ ਹੈ ਤੁਹਾਡਾ ਬੈਂਜੋਇਕ ਐਸਿਡ, ਦੂਸਰਾ ਦੇਖੋ ਕੀ ਹੁੰਦਾ ਹੈ ਕਿ ਨਿਊਕਲੀਓਫਾਈਲ ਨੇ ਅਟੈਕ ਕਰਨਾ ਹੈ ਤਾਂ ਨਿਊਕਲੀਓਫਾਈਲ ਉਸ ਜਗ੍ਹਾ ਤੇ ਅਟੈਕ ਕਰੇਗਾ ਜਿਸ ਜਗ੍ਹਾ ਤੇ ਉਹਦੇ ਕੋਲ ਕੀ ਪ੍ਰੈਜ਼ੈਂਟ ਹੋਣਗੇ ਮੋਰ ਇਲੈਕਟ੍ਰੋਫਿਲਿਕ ਕਾਰਬਨ ਹੋਏਗਾ, ਕਿਉਂਕਿ ਨਿਊਕਲੀਓਫਾਈਲ ਨੇ ਇਲੈਕਟ੍ਰੋਨ ਡੋਨੇਟ ਕਰਨੇ ਨੇ ਤਾਂ ਉਸ ਨੂੰ ਇਲੈਕਟ੍ਰੋਨ ਡੋਨੇਟ ਕਰੇਗਾ ਜਿਸ ਕੋਲ ਇਲੈਕਟ੍ਰੋਨ ਦੀ ਕੀ ਹੋਏਗੀ ਤੁਹਾਡੀ ਕਮੀ ਹੋਏਗੀ। ਸੈਕਿੰਡ ਹੈ ਤੁਹਾਡਾ ਇਥਾਈਲ ਬੈਂਜੋਏਟ, इथाइल बेंजोएट। थर्ड है थोड़ा बेंजोफिनोन, दैट इज योर बेंजोफिनोन, C डबल बॉन्ड O, बेंजोफिनोन। एंड डी है थोड़ा बेंजेल्डिहाइड, डी है थोड़ा बेंजेल्डिहाइड। तो ਤੁਸੀਂ ਦੇਖੋ ਸਾਰੇ ਆਪਸ਼ਨ ਦੇਖੋ ਆਹ ਹੈ ਤੁਹਾਡੇ ਕਾਰਬੋਨਿਲ ਕਾਰਬਨ ਤੇ ਅਟੈਕ ਕਰਨਾ ਹੈ, ਇੱਥੇ ਆਕਸੀਜਨ ਦੇ ਲੋਨ ਪਰ ਇਹਨੂੰ ਇਲੈਕਟ੍ਰੋਨ ਦੇ ਰਹੇ ਨੇ, ਠੀਕ ਹੈ। ਇੱਥੇ ਤੁਹਾਡੇ ਦੇਖੋ ਆਕਸੀਜਨ ਦੇ ਲੋਨ ਪਰ ਅਗੇਨ ਇਸ ਨੂੰ ਇਲੈਕਟ੍ਰੋਨ ਡੋਨੇਟ ਕਰ ਰਹੇ ਨੇ ਕਾਰਬੋਨਿਲ ਕਾਰਬਨ ਨੂੰ, ਤਾਂ ਇਸ ਦੇ ਉੱਪਰ ਜੋ ਅਟੈਕ ਹੈ ਬਹੁਤ ਹੀ ਘੱਟ ਹੋਏਗਾ, ਬਹੁਤ ਹੀ ਲੀਸਟ ਰਿਐਕਟਿਵ ਹੋਏਗਾ। ਇੱਥੇ ਕਾਰਬੋਨਿਲ ਕਾਰਬਨ ਕੀ ਹੈ ਤੁਹਾਡੇ ਫਿਨਾਈਲ ਰਿੰਗ ਦੇ ਨਾਲ ਰੈਜ਼ੋਨੈਂਸ ਪਾਰਟਿਸਿਪੇਟ ਕਰ ਰਿਹਾ ਹੈ ਤਾਂ ਅਗੇਨ ਇਹ ਇਲੈਕਟ੍ਰੋਨ ਰਿਚ ਹੈ ਤਾਂ ਨਿਊਕਲੀਓਫਾਈਲ ਈਜ਼ੀਲੀ ਇੱਥੇ ਅਟੈਕ ਨਹੀਂ ਕਰ ਪਾਏਗਾ। ਰਹਿ ਗਿਆ ਤੁਹਾਡਾ ਡੀ ਆਪਸ਼ਨ, ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਬੈਂਜੈਲਡੀਹਾਈਡ, ਕਿਉਂਕਿ ਇਹ ਕੀ ਹੈ ਤੁਹਾਡਾ ਲੀਸਟ ਰਿਐਕਟਿਵ ਹੈ, ਇਹ ਸੌਰੀ ਮੋਸਟ ਰਿਐਕਟਿਵ ਹੈ ਕਿਉਂਕਿ ਇੱਥੇ ਜੋ ਤੁਹਾਡਾ ਕਾਰਬੋਨਿਲ ਕਾਰਬਨ ਹੈ ਉਸ ਦੇ ਉੱਪਰ ਸਾइनाइड ਈਜ਼ੀਲੀ ਅਟੈਕ ਕਰ ਸਕਦਾ ਹੈ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਣਾ ਹੈ ਬਿਕੋਜ਼ ਇੱਥੇ ਕੀ ਹੈ ਤੁਹਾਡਾ ਜੋ ਦੂਸਰਾ ਗਰੁੱਪ ਹੈ ਹਾਈਡਰੋਜਨ that is less bulky, ਤਾਂ ਕਰਕੇ ਸਾइनाइड ਨੂੰ ਇੱਥੇ ਅਟੈਕ ਕਰਨਾ ਕੀ ਹੈ ਤੁਹਾਡਾ ਈਜ਼ੀ ਹੈ। Question number 67. In the presence of small amount of phosphorus, aliphatic carboxylic acid react with chlorine to yield a compound in which alpha hydrogen is replaced by chlorine। ਤਾਂ ਇਸ ਰਿਐਕਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ HVZ ਰਿਐਕਸ਼ਨ, ਹੈਲ-ਵੋਹਲਾਰਡ ਜ਼ੈਲੈਂਸਕੀ ਰਿਐਕਸ਼ਨ। ਦੇਖੋ ਹੈ ਕੀ, ਲੈਟ ਸਪੋਜ਼ ਕਿ ਇਹ ਤੁਹਾਡਾ ਕੀ ਹੈ ਐਸਿਡ ਹੈ, ਐਸਿਡ ਦੇ ਅਲਫਾ ਪੋਜੀਸ਼ਨ ਤੇ ਹਾਈਡਰੋਜਨ ਪ੍ਰੈਜ਼ੈਂਟ ਹੈ। ਅਗਰ ਤੁਸੀਂ ਇਸ ਦੀ ਰਿਐਕਸ਼ਨ ਰੈੱਡ ਫੋਸਫੋਰਸ ਦੇ ਨਾਲ ਕਰਦੇ ਹੋ ਇਨ ਦਾ ਪ੍ਰੈਜ਼ੈਂਸ ਆਫ CCl4 ਹਨਾ, ਤਾਂ ਇੱਥੇ ਕੀ ਹੁੰਦਾ ਹੈ ਤੁਹਾਡਾ ਇਨ ਦਾ ਪ੍ਰੈਜ਼ੈਂਸ ਆਫ ਕਲੋਰੀਨ ਗੈਸ, ਤਾਂ ਇੱਥੇ ਜਦੋਂ ਤੁਹਾਡਾ ਅਲਫਾ ਹਾਈਡਰੋਜਨ ਹੈ that will be replaced by your halogen। ਤਾਂ ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਹੈਲ-ਵੋਹਲਾਰਡ ਜ਼ੈਲੈਂਸਕੀ ਰਿਐਕਸ਼ਨ, that is an important reaction of your carboxylic acid। ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। Question number 70. ਡੈਕਰੋਨ, ਦੇਖੋ ਜੋ ਡੈਕਰੋਨ ਹੈ that is your ਕੋਪੋਲੀਮਰ। ਕੋਪੋਲੀਮਰ ਦਾ ਮਤਲਬ ਕੀ ਹੁੰਦਾ ਹੈ ਕਿ ਜਿੰਨਾ ਮੋਨੋਮਰਸ ਤੋਂ ਇਹ ਮਿਲ ਕੇ ਬਣਿਆ ਹੈ ਦੋਨੋਂ ਮੋਨੋਮਰ ਯੂਨਿਟਸ ਕੀ ਹੁੰਦੇ ਨੇ ਤੁਹਾਡੇ ਡਿਫਰੈਂਟ ਨੇ, ਤਾਂ ਕਿਹੜੇ ਕਿਹੜੇ ਮੋਨੋਮਰਸ ਤੋਂ ਮਿਲ ਕੇ ਬਣਦਾ ਹੈ ਟੈਰੇਪਥੈਲਿਕ ਐਸਿਡ ਐਂਡ ਇਥਾਈਲਿਨ ਗਲਾਈਕੋਲ। ਤਾਂ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ, ਇਟ ਇਜ਼ ਅ ਕੋਪੋਲੀਮਰ ਐਂਡ ਇਜ਼ prepared by the terephthalic acid and ethylene glycol। ਦੂਸਰਾ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਡੈਕਰੋਨ ਦੇ ਵਿੱਚ ਕੀ ਹੁੰਦੀ ਹੈ ਤੁਹਾਡੀ ਐਸਟਰ ਲਿੰਕੇਜ ਪ੍ਰੈਜ਼ੈਂਟ ਹੁੰਦੀ ਹੈ। ਤਾਂ ਪੇਪਰ 'ਚ ਕੁਐਸਚਨ ਇਹ ਵੀ ਪੁੱਛ ਸਕਦੇ ਨੇ ਕਿ ਇਨ ਦਾ ਗਿਵਨ ਪੋਲੀਮਰ ਕੰਪਾਊਂਡਸ ਕਿਹਦੇ ਵਿੱਚ ਐਸਟਰ ਲਿੰਕੇਜ ਪ੍ਰੈਜ਼ੈਂਟ ਹੈ, ਤਾਂ ਤੁਹਾਡਾ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। Question number 71. The strongest base in aqueous solution among these। ਠੀਕ ਹੈ, ਤਾਂ ਸ਼ਾਇਦ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੈ ਕਿ strongest base ਕਿਹੜਾ ਹੁੰਦਾ ਹੈ, ਸਭ ਤੋਂ ਜ਼ਿਆਦਾ secondary, then ਆਉਂਦੇ ਨੇ ਤੁਹਾਡੇ ਪ੍ਰਾਇਮਰੀ, then ਆਉਂਦੇ ਨੇ ਟਰਸ਼ਰੀ ਐਂਡ then ਸਭ ਤੋਂ ਲਾਸਟ ਤੇ ਆਉਂਦਾ ਹੈ ਤੁਹਾਡਾ ਅਮੋਨੀਆ ਆਉਂਦਾ ਹੈ। ਅਗਰ ਜੋ ਤੁਹਾਡਾ R ਗਰੁੱਪ ਹੈ ਉਹ ਕੀ ਹੈ ਤੁਹਾਡਾ ਮਿਥਾਈਲ ਹੈ, ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ ਡਾਈਮਿਥਾਈਲ ਅਮਾਈਨ ਹੈ that is your secondary amine and that is the most basic among the given compounds। ਤਾਂ 71 ਦਾ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ। Question number 72. ਕਹਿੰਦੇ ਦਾ ਗੈਂਸੀਅਸ ਰਿਐਕਸ਼ਨ ਹੈ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਹੋ ਰਹੀ ਹੈ ਹੀਟ ਰਿਲੀਜ਼ ਹੋ ਰਹੀ ਹੈ, that means ਰਿਐਕਸ਼ਨ ਕੀ ਹੈ ਤੁਹਾਡੀ ਐਕਸੋਥਰਮਿਕ ਹੈ। ਤਾਂ ਐਕਸੋਥਰਮਿਕਲੀ ਅਗਰ ਤੁਸੀਂ ਟੈਂਪਰੇਚਰ ਡਿਕਰੀਜ਼ ਕਰਦੇ ਹੋ
ਤਾਂ ਰਿਐਕਸ਼ਨ ਫਾਰਵਰਡ ਜਾਂਦੀ ਹੈ। ਤਾਂ ਤੁਸੀਂ ਇੱਥੇ ਦੱਸਣਾ ਹੈ ਰਿਐਕਸ਼ਨ ਫਾਰਵਰਡ ਕਦੋਂ ਜਾਏਗੀ। ਤਾਂ ਅਗਰ ਟੈਂਪਰੇਚਰ ਘਟਾਓਗੇ ਦੈਟ ਮੀਨਸ ਲੋ ਟੈਂਪਰੇਚਰ ਤੇ। ਦੂਸਰੀ ਕੰਡੀਸ਼ਨ ਕੀ ਹੈ ਦੇਖੋ ਇੱਥੇ ਡੈਲਟਾ ਐਨ ਜੀ, ਡੈਲਟਾ ਐਨ ਜੀ ਮਤਲਬ ਪ੍ਰੋਡਕਟ ਮਾਈਨਸ ਰਿਐਕਟੈਂਟ। ਪ੍ਰੋਡਕਟ ਕਿੰਨੇ ਨੇ ਇੱਥੇ 3 ਨੇ, ਮਾਈਨਸ ਰਿਐਕਟੈਂਟ ਕਿੰਨੇ ਨੇ 2। that means delta Ng ਦੀ ਵੈਲਿਊ ਕੀ ਹੈ greater than 0 ਹੈ। ਤਾਂ ਇਸ ਦੇ ਲਈ ਮੈਂ ਤੁਹਾਨੂੰ ਇੱਕ ਰੂਲ ਲਿਖਵਾਇਆ ਸੀ ਕਿ ਅਗਰ delta Ng is greater than 0 ਤਾਂ ਪ੍ਰੈਸ਼ਰ ਘਟਾਉਣ ਤੇ ਰਿਐਕਸ਼ਨ ਕਿੱਧਰ ਜਾਂਦੀ ਹੈ ਤੁਹਾਡੀ ਫਾਰਵਰਡ ਜਾਂਦੀ ਹੈ, ਐਂਡ ਪ੍ਰੈਸ਼ਰ ਵਧਾਉਣ ਤੇ ਰਿਐਕਸ਼ਨ ਕਿੱਧਰ ਜਾਂਦੀ ਹੈ ਤੁਹਾਡੀ ਬੈਕਵਰਡ ਜਾਂਦੀ ਹੈ। ਤਾਂ ਆਪਾਂ ਨੂੰ ਕੀ ਚਾਹੀਦੀ ਹੈ ਰਿਐਕਸ਼ਨ ਕਿੱਧਰ ਜਾਵੇ ਫਾਰਵਰਡ, ਮਤਲਬ ਪ੍ਰੈਸ਼ਰ ਕੀ ਹੋਣਾ ਚਾਹੀਦਾ ਤੁਹਾਡਾ ਘੱਟ ਹੋਣਾ ਚਾਹੀਦਾ ਹੈ। ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। Question number 73. What is the simplest formula of a solid whose cubic has A atom at the corner? देखो A कितने present ने corner पे ने, ਤਾਂ corners मतलब contribution per unit cell कितने होंगे 1 होंगे। B कितने present ने face ਦੇ center ਤੇ, ਫੇਸ ਦੇ ਸੈਂਟਰ ਤੇ ਪਾਰਟੀਕਲਸ ਕਿੰਨੇ ਹੁੰਦੇ ਨੇ ਟੋਟਲ ਫੇਸ ਦੇ ਕਿੰਨੇ ਹੁੰਦੇ ਨੇ 6 ਐਂਡ ਹਰ ਫੇਸ ਦਾ ਕੰਟਰੀਬਿਊਸ਼ਨ ਕਿੰਨਾ ਹੁੰਦਾ ਹੈ ਹਾਫ। ਤਾਂ ਟੋਟਲ ਐਟਮ ਕਿੰਨੇ ਹੋ ਗਏ ਤੁਹਾਡੇ 3 ਹੋ ਗਏ। ਐਟਮ ਸੀ ਐਟਮ ਕਿੱਥੇ ਹੈ ਬੋਡੀ ਦੇ ਸੈਂਟਰ ਤੇ, ਤਾਂ ਬੋਡੀ ਦੇ ਸੈਂਟਰ ਸਿਰਫ ਇੱਕ ਹੁੰਦਾ ਹੈ ਤਾਂ ਇੱਥੇ ਕਿੰਨਾ ਆਏਗਾ 1। that means A1 ਹੈ B3 ਹੈ C1 ਹੈ। ਤਾਂ ਇੱਥੇ ਆਨਸਰ ਕੀ ਬਣ ਗਿਆ A B3 C। ਤਾਂ ਇੱਥੇ ਆਨਸਰ ਕੀ ਬਣੂਗਾ ਤੁਹਾਡਾ A ਆਪਸ਼ਨ। 73 ਦਾ ਆਨਸਰ ਕੀ ਆਏਗਾ ਤੁਹਾਡਾ, ਇੱਥੇ ਟਾਈਪਿੰਗ ਮਿਸਟੇਕ ਹੈ ਰਾਜੇ, ਇੱਥੇ ਨਾ 3 ਕਰ ਲਓ AB3। ਤਾਂ ਆਨਸਰ ਕੀ ਬਣੂਗਾ ਤੁਹਾਡਾ C ਆਪਸ਼ਨ। क्वेश्चन नंबर 74. Which of the following will favor reverse direction? मतलब backward ਜਾਣਾ ਹੈ। ਤਾਂ backward ਨੂੰ ਕਹਿੰਦੇ ਕੌਣ favor ਕਰੇਗਾ। ਮੰਨ ਲਓ ਦੇਖੋ A plus B give rise to C plus D ਹੈ। ਤਾਂ ਅਗਰ ਤੁਸੀਂ ਪ੍ਰੋਡਕਟ ਦੀ concentration ਨੂੰ ਵਧਾ ਦੋਗੇ ਤਾਂ according to ਲੀ ਚੈਟਰੀਅਰ ਪ੍ਰਿੰਸੀਪਲ ਰਿਐਕਸ਼ਨ ਕੀ ਕੋਸ਼ਿਸ਼ ਕਰੇਗੀ ਪ੍ਰੋਡਕਟ ਦੀ concentration ਨੂੰ ਘਟਾਉਣ ਦੀ ਕੋਸ਼ਿਸ਼ ਕਰੇਗੀ। ਤਾਂ ਘਟੇਗਾ ਕਦੋਂ ਜਦੋਂ ਤੁਹਾਡਾ ਪ੍ਰੋਡਕਟ ਬੈਕ ਕਾਦ ਚ ਕਨਵਰਟ ਹੋਏਗਾ ਰਿਐਕਟੈਂਟ ਦੇ ਵਿੱਚ। that means ਰਿਐਕਸ਼ਨ ਕਿੱਧਰ ਜਾਏਗੀ ਤੁਹਾਡੀ backward direction ਚ ਜਾਏਗੀ। so that means ਅਗਰ ਤੁਸੀਂ concentration of product ਨੂੰ ਵਧਾਓਗੇ ਤਾਂ concentration of product ਵਧਾਉਣ ਦੇ ਨਾਲ ਰਿਐਕਸ਼ਨ ਕੀ ਜਾਂਦੀ ਹੈ ਤੁਹਾਡੀ backward direction ਚ ਜਾਂਦੀ ਹੈ। ਤਾਂ ਇੱਥੇ ਆਨਸਰ ਕੀ ਆਊਗਾ ਤੁਹਾਡਾ C ਆਪਸ਼ਨ ਕਿ increasing the concentration of product। ਜਿੱਦਾਂ ਪ੍ਰੋਡਕਟ ਵਧਾਓਗੇ ਅਕੋਰਡਿੰਗ ਟੂ ਲੀ ਚੈਟਰੀਅਰ ਪ੍ਰਿੰਸੀਪਲ ਰਿਐਕਸ਼ਨ ਕੀ ਕੋਸ਼ਿਸ਼ ਕਰੇਗੀ ਕਿ ਉਹ ਪ੍ਰੋਡਕਟ ਦੀ concentration ਨੂੰ ਡਿਕਰੀਜ਼ ਕਰੇ। ਤਾਂ ਪ੍ਰੋਡਕਟ ਦੀ concentration ਕਿਵੇਂ ਘਟੇਗੀ ਜਦੋਂ ਤੁਹਾਡਾ ਪ੍ਰੋਡਕਟ ਕਾਹ ਚ ਕਨਵਰਟ ਹੋਏਗਾ ਰਿਐਕਟੈਂਟ ਦੇ ਵਿੱਚ, ਐਂਡ ਰਿਐਕਟੈਂਟ ਜਾ ਰਿਹਾ that means ਰਿਐਕਸ਼ਨ ਕਿੱਧਰ ਨੂੰ ਜਾ ਰਹੀ ਹੈ ਤੁਹਾਡੀ ਬੈਕਵਰਡ ਨੂੰ ਜਾ ਰਹੀ ਹੈ। Question number 76. Energy of activation of a reactant can be reduced। ਦੇਖੋ ਆਪਾਂ ਜੋ ਐਕਟੀਵੇਸ਼ਨ એનર્ਜੀ ਹੈ ਉਹ ਟੈਂਪਰੇਚਰ ਪ੍ਰੋਵਾਈਡ ਕਰਕੇ ਘਟਾ ਸਕਦੇ ਹਾਂ। ਅਗਰ ਆਪਾਂ ਮੋਲੀਕਿਊਲਸ ਨੂੰ એનર્ਜੀ ਦੇ ਦਈਏ ਤਾਂ એનર્ਜੀ ਦੇ ਕੇ ਉਹ ਕੀ ਹੋ ਜਾਣਗੇ ਐਕਸਾਈਟ ਹੋ ਜਾਣਗੇ। ਐਕਸਾਈਟ ਹੋਣ ਤੋਂ ਬਾਅਦ ਉਹ ਈਜ਼ਲੀ ਤੁਹਾਡੇ ਰਿਐਕਟੈਂਟ ਕਾਦੇ ਵਿੱਚ ਕਨਵਰਟ ਹੋ ਜਾਣਗੇ ਪ੍ਰੋਡਕਟ ਦੇ ਵਿੱਚ। ਤਾਂ ਜਿੰਨਾ ਟੈਂਪਰੇਚਰ ਜ਼ਿਆਦਾ ਦੋਗੇ ਰੇਟ ਆਫ ਰਿਐਕਸ਼ਨ ਓਨੀ ਹੀ ਕੀ ਹੋਏਗੀ ਤੁਹਾਡੀ ਫਾਸਟ ਹੋਏਗੀ। ਤਾਂ ਐਕਟੀਵੇਸ਼ਨ એનર્ਜੀ is inversely proportional to rate of reaction। ਜਿੰਨਾ ਤੁਸੀਂ ਟੈਂਪਰੇਚਰ ਜ਼ਿਆਦਾ ਦੋਗੇ ਰਿਐਕਸ਼ਨ ਦੀ ਰੇਟ ਓਨੀ ਹੀ ਜ਼ਿਆਦਾ ਹੋਏਗੀ, ਐਕਟੀਵੇਸ਼ਨ એનર્ਜੀ ਕੀ ਹੋ ਜਾਏਗੀ ਓਨੀ ਹੀ डिक्रीज कर जाएगी। क्वेश्चन नंबर 77. In French adsorption isotherm the value of 1 by n। ਤਾਂ ਧਿਆਨ ਰੱਖਣਾ ਫ੍ਰੈਂਡਲਿਕ ਐਡਜ਼ੌਰਪਸ਼ਨ ਆਈਸੋਥਰਮ ਕੀ ਹੁੰਦਾ ਹੈ ਉਹਦਾ ਫਾਰਮੂਲਾ ਕੀ ਹੈ x by m is equals to k p ਦੀ ਪਾਵਰ 1 by n। ਜਿੱਥੇ ਜੋ ਤੁਹਾਡਾ n ਹੈ, ਜਿੱਥੇ ਜੋ ਤੁਹਾਡਾ n ਹੈ that should be greater than 1। ਤਾਂ ਅਗਰ n 1 ਤੋਂ ਵੱਡਾ ਹੈ ਤਾਂ 1 by n ਦੀ ਵੈਲਿਊ ਕਿੱਥੇ ਆਏਗੀ 0 ਤੋਂ 1 ਦੇ ਵਿੱਚ ਆਏਗੀ। ਤਾਂ ਇੱਥੇ ਆਨਸਰ ਕੀ ਆਊਗਾ ਤੁਹਾਡਾ B ਆਪਸ਼ਨ। ਅਗਰ ਤੁਸੀਂ ਦੋਨੋਂ ਸਾਈਡ log ਲੈ ਲਓ ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣੇਗੀ log x by m is equals to log k plus 1 by n log t। ਤਾਂ ਅਗਰ ਤੁਸੀਂ ਇੱਥੇ ਕਰਵ ਡਰਾ ਕਰਦੇ ਹੋ log x by m versus log p ਦੇ ਵਿੱਚ ਤਾਂ ਤੁਹਾਡੇ ਕੋਲ ਸਲੋਪ ਕਿੰਨਾ ਆਏਗਾ 1 by m, ਸਲੋਪ ਕਿੰਨਾ ਆਏਗਾ 1 by n ਐਂਡ ਇੰਟਰਸੈਪਟ ਕੀ ਆਏਗਾ ਤੁਹਾਡਾ log k। ਤਾਂ ਤੁਹਾਨੂੰ ਪੇਪਰ 'ਚ ਕੁਐਸਚਨ ਵੀ ਪੁੱਛ ਸਕਦੇ ਨੇ ਕਿ ਇਸ ਕੇਸ ਦੇ ਵਿੱਚ ਇੰਟਰਸੈਪਟ ਕਿੰਨਾ ਹੈ ਜਾਂ ਸਲੋਪ ਕਿੰਨਾ ਆਏਗਾ। ਤਾਂ ਇੱਥੇ ਆਨਸਰ ਕੀ ਹੈ ਤੁਹਾਡਾ ਇਸ ਕੁਐਸਚਨ ਦਾ B ਆਪਸ਼ਨ। Question number 78. Which one of the following statement is incorrect about enzyme catalyst?
ਇੰਜ਼ਾਈਮ ਕੈਟਲਿਸਟ ਲਈ ਜਿਹੜੀ ਰਿਐਕਸ਼ਨ ਤੁਹਾਡੀ ਗਲਤ ਹੈ। ਇਹ ਆਪਸ਼ਨ ਚੈੱਕ ਕਰਦੇ ਹਾਂ। enzymes are least reactive at optimum temperature गलत है। ठीक है, रिएक्शन स्टेटमेंट रॉन्ग है, मतलब रॉन्ग ही पूछे, मतलब आंसर की आएगा ਤੁਹਾਡਾ ए ऑप्शन। देखो जो enzymes ਹੁੰਦੇ ਨੇ ਉਹ ਤੁਹਾਡੇ ਟੈਂਪਰੇਚਰ ਤੇ ਮੈਕਸਿਮਮ ਰਿਐਕਟਿਵ ਹੁੰਦੇ ਨੇ ਐਟ ਬੋਡੀ ਟੈਂਪਰੇਚਰ 310 ਕੈਲਵਿਨ ਐਂਡ ਪੀਐਚ ਕਿੰਨੀ ਹੁੰਦੀ ਹੈ ਤੁਹਾਡੀ 6.8 ਤੇ। ਤਾਂ ਆਪਟੀਮਮ ਟੈਂਪਰੇਚਰ ਤੇ ਉਹ ਮੈਕਸਿਮਮ ਐਫੀਸ਼ੀਐਂਸੀ ਸ਼ੋ ਕਰਦੇ ਨੇ। ਤਾਂ 78 ਦਾ ਆਂਸਰ ਕੀ ਆਏਗਾ ਤੁਹਾਡਾ ए ऑप्शन। 79 which of the following doesn't involve coagulation, ਕਿਹੜਾ ਇਹਨਾਂ ਵਿੱਚੋਂ coagulation ਨੂੰ ਇਨਵੋਲਵ ਨਹੀਂ ਕਰਦਾ, ਮਤਲਬ ਜੋ precipitation ਫਾਰਮ ਨਹੀਂ ਕਰਦਾ। ਤੇ ਇਹਦਾ ਆਂਸਰ ਕੀ ਆਏਗਾ ਪੈਪਟਾਈजेशन। देखो जो पैप्टाइजेशन है ਇਹਦਾ ਮਤਲਬ ਕੀ ਹੁੰਦਾ ਹੈ ਕਨਵਰਜਨ ਆਫ ਯੂਰ precipitate to colloidal solution। ਇਹ ਕੀ ਕਰਦਾ ਹੈ precipitate ਨੂੰ ਕਨਵਰਟ ਕਰ ਦਿੰਦਾ ਹੈ ਤੁਹਾਡੇ colloidal solution ਦੇ ਵਿੱਚ। ਠੀਕ ਹੈ, ਜਦ ਕਿ ਆਪਾਂ ਨੂੰ ਪੁੱਛਿਆ ਹੈ ਆਪਾਂ precipitate ਬਣਾਣੇ ਨੇ, ਤਾਂ ਜੋ ਪੈਪਟਾਈजेशन है that is the reverse process। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਨੈਕਸਟ ਕੁਐਸਚਨ 80 ਦੇਖੋ, ਹੁਣੇ ਉੱਪਰ ਸਮਝਾ ਕੇ ਹਟਿਆ ਹਾਂ ਸਲੋਪ ਕਿੰਨੀ ਆਂਦੀ ਹੈ ਤੁਹਾਡੀ 1/n, ਹੁਣੇ ਉੱਪਰ ਸਮਝਾਇਆ ਹੈ। ਕੁਐਸਚਨ ਨੰਬਰ 81 in the presence of catalyst the heat evolved or absorbed during the reaction ਦੇ ਵਿੱਚ ਦੇਖੋ ਕੈਟਲਿਸਟ ਕੀ ਕਰਦਾ ਹੈ, ਸਿਰਫ ਐਕਟੀਵੇਸ਼ਨ એનર્ਜੀ ਨੂੰ ਕੀ ਕਰਦਾ ਹੈ ਲੋਅਰ ਕਰ ਦਿੰਦਾ ਹੈ, ਰਿਐਕਸ਼ਨ ਨੂੰ ਕੀ ਕਰ ਦਿੰਦਾ ਹੈ ਫਾਸਟ ਕਰ ਦਿੰਦਾ ਹੈ, ਬਟ એનર્ਜੀ ਦੀ ਵੈਲਿਊ ਤੇ ਕੋਈ ਇਫੈਕਟ ਨਹੀਂ ਪਾਉਂਦਾ। ਇਹਦੇ ਵਿੱਚ ਕੀ ਰਹਿੰਦੀ ਹੈ એનર્ਜੀ ਵਗੈਰਾ ਇਵੋਲਵ ਜਾਂ ਅਬਜ਼ੌਰਬ ਕੀ ਰਹਿੰਦੀ ਹੈ ਤੁਹਾਡੀ ਕਾਂਸਟੈਂਟ ਰਹਿੰਦੀ ਹੈ, that remains unchanged। Question number 82 due to Frankel defect density of the ionic solid। देखो फ्रैंकल ਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਜੋ ਵੀ ਪਾਰਟੀਕਲਸ ਨੇ ਉਹ ਆਪਣੇ ਲੈਟਿਸ ਪੁਆਇੰਟ ਨੂੰ ਛੱਡ ਕੇ ਇੰਟਰਸਟੀਸ਼ੀਅਲ ਸਾਈਟ ਜਾਂ ਜੋ ਖਾਲੀ ਜਗ੍ਹਾ ਪ੍ਰੈਜ਼ੈਂਟ ਹੁੰਦੀ ਹੈ ਉਸ ਨੂੰ ਓਕੂਪਾਈ ਕਰ ਲੈਂਦੇ ਨੇ, ਓਕੂਪਾਈ ਇੰਟਰਸਟੀਸ਼ੀਅਲ ਸਾਈਟ। ਤਾਂ ਇਹਦੇ ਵਿੱਚ ਕੀ ਹੈ ਨੰਬਰ ਆਫ ਐਟਮਸ ਘਟਦੇ ਨਹੀਂ ਹੈ, ਉਨੇ ਹੀ ਰਹਿੰਦੇ ਨੇ। ਅਗਰ ਐਟਮ ਸੇਮ ਨੇ, ਨੰਬਰ ਆਫ ਪੁਆਇੰਟ ਸੇਮ ਨੇ, ਤਾਂ ਡੈਂਸਿਟੀ ਦੇ ਉੱਪਰ ਕੋਈ ਫਰਕ ਨਹੀਂ ਪੈਂਦਾ। ਤਾਂ 82 ਦਾ ਆਂਸਰ ਕੀ ਆਏਗਾ ਤੁਹਾਡਾ ਸੀ ਆਪਸ਼ਨ। ਕੁਐਸਚਨ ਨੰਬਰ 83 which of the following thermodynamical function is called arrow of time। ਦੇਖੋ arrow of time ਆਪਾਂ ਕਿਸ ਨੂੰ ਬੋਲਦੇ ਹਾਂ ਤੁਹਾਡੀ ਐਂਟਰੋਪੀ ਨੂੰ ਬੋਲਦੇ ਹਾਂ, ਬਿਕੋਜ਼ ਜਿਵੇਂ ਜਿਵੇਂ ਰਿਐਕਸ਼ਨ ਤੁਹਾਡੀ ਪ੍ਰੋਸੀਡ ਕਰਦੀ ਹੈ ਠੀਕ ਹੈ ਵਿਦ ਟਾਈਮ ਦੇ ਨਾਲ ਉਹ ਕਿਸ ਲੋ ਕਿਹੜਾ ਹੈ ਤੁਹਾਡਾ ਸੈਕਿੰਡ ਲੋ ਆਫ ਥਰਮੋਡਾਇਨਾਮਿਕਸ ਹੈ ਨਾ। ਸੈਕਿੰਡ ਲੋ ਕੀ ਕਹਿੰਦਾ ਹੈ ਹਰ ਇੱਕ ਰਿਐਕਸ਼ਨ ਤੁਹਾਡੀ ਇਰੀਵਰਸੀਬਲ ਹੈ ਸਿਸਟਮ ਦੇ ਵਿੱਚ, ਟਾਈਮ ਦੇ ਨਾਲ ਜਿਵੇਂ ਜਿਵੇਂ ਉਹ ਫਾਰਵਰਡ ਜਾਂਦੀ ਹੈ ਉਸਦੀ ਐਂਟਰੋਪੀ ਸ਼ੁੱਡ ਇਨਕਰੀਜ਼ ਹੋਣੀ ਚਾਹੀਦੀ ਹੈ। ਤਾਂ that is your ਇੱਥੇ ਆਂਸਰ ਕੀ ਬਣੇਗਾ ਤੁਹਾਡਾ ਸੀ ਆਪਸ਼ਨ। ਕੁਐਸਚਨ ਨੰਬਰ 84 if the concentration is increased by 4 times than the original the change in molar conductivity is। ਤਾਂ ਦੇਖੋ ਇਹਨਾਂ ਵਿੱਚ ਜੋ ਫਾਰਮੂਲਾ ਹੁੰਦਾ ਹੈ that is your molar conductance at any concentration is equals to molar conductance at infinite dilution minus b root c। now they are saying कि concentration ਨੂੰ 4 ਗੁਣਾ ਕਰਤਾ, ਤਾਂ ਅਗਰ 4 ਗੁਣਾ ਕਰ ਦੋਗੇ ਤਾਂ ਇੱਥੇ ਕੀ ਬਣ ਜਾਏਗਾ 4 root c that becomes 4 root c। ਤਾਂ ਆਪਾਂ ਦੱਸਣਾ ਹੈ ਚੇਂਜ ਕਿੰਨਾ ਆਂਦਾ ਹੈ, ਤਾਂ ਚੇਂਜ ਕਿਵੇਂ ਕੈਲਕੂਲੇਟ ਕਰੋਗੇ ਫਾਈਨਲ ਮਾਈਨਸ ਇਨੀਸ਼ੀਅਲ। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ that comes out to be your b root c। ਕਿੰਨਾ ਆਏਗਾ ਤੁਹਾਡਾ b root c, ਜਸਟ 1 minus 2 ਕਰ ਦੋ, ਆਂਸਰ ਕਿੰਨਾ ਆਏਗਾ ਤੁਹਾਡਾ b root c। Question number 85 which of the following are the weak intensity and lie in the visible region। ਵਿਜ਼ੀਬਲ ਰੀਜ਼ਨ ਮਤਲਬ ਤੁਸੀਂ ਉਸ ਨੂੰ ਆਪਣੀ ਨੇਕਡ ਆਈਜ਼ ਦੇ ਨਾਲ ਦੇਖ ਸਕਦੇ ਹੋ। ਤਾਂ ਜਨਰਲੀ ਜੋ ਥੋੜੀਆਂ ਟ੍ਰਾਂਜੀਸ਼ਨਸ ਹੁੰਦੀਆਂ ਨੇ ਜੋ ਤੁਸੀਂ ਨੇਕਡ ਆਈਜ਼ ਦੇ ਨਾਲ ਦੇਖ ਸਕਦੇ ਹੋ that are your n to pi star, that are your n to pi star ਜੋ ਕਿ ਤੁਸੀਂ ਆਪਣੀ ਨੇਕਡ ਆਈਜ਼ ਦੇ ਨਾਲ ਦੇਖ ਸਕਦੇ ਹੋ। ਬਿਕੋਜ਼ ਜੋ n to pi star ਹੈ ਇਹਨਾਂ ਦੀ એનર્ਜੀ ਸਭ ਤੋਂ ਘੱਟ ਹੁੰਦੀ ਹੈ, एनर्जी का जो ट्रांजिशन है एनर्जी गैप है एंड वेवलेंथ सब तो ज्यादा होएगी एंड अगर वेवलेंथ ज्यादा है that will fall in your विब और विजिबल रीजन ਦੇ ਵਿੱਚ fall ਕਰੇਗਾ एंड ਤੁਸੀਂ ਉਸ ਨੂੰ ਈਜ਼ੀਲੀ ਅਬਜ਼ੌਰਬ ਕਰ ਸਕਦੇ ਹੋ। ਵੀਕ ਇੰਟੈਂਸਿਟੀ ਦਾ ਮਤਲਬ ਕੀ ਹੈ ਕਿ ਜੋ ਇਹ ਟ੍ਰਾਂਜੀਸ਼ਨ ਹੈ ਜਨਰਲੀ ਨਾਟ ਅਲਾਉਡ ਹੁੰਦੀ ਹੈ, that is not allowed symmetrically। ਠੀਕ ਹੈ, ਤਾਂ ਧਿਆਨ ਰੱਖਣਾ ਜੋ ਤੁਹਾਡੀ n to pi star ਟ੍ਰਾਂਜੀਸ਼ਨ ਹੈ ਉਹਦੇ ਵਿੱਚ ਜੋ એનર્ਜੀ ਦਾ ਗੈਪ ਹੈ ਉਹ ਸਭ ਤੋਂ ਛੋਟਾ ਹੁੰਦਾ ਹੈ, ਸਭ ਤੋਂ ਘੱਟ ਹੁੰਦਾ ਹੈ, ਜਿਸ ਕਰਕੇ ਵੇਵਲੈਂਥ ਕੀ ਹੁੰਦੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ।
क्वेश्चन नंबर 87 द प्रोटेक्टिंग पावर ऑफ अ लायोफिलिक कोलाइडल ਤਾਂ ਜੋ ਪ੍ਰੋਟੈਕਟਿਵ ਪਾਵਰ ਹੈ ਉਸਨੂੰ ਆਪਾਂ ਕਿਸ ਟਰਮ ਨਾਲ ਲਿਖਦੇ ਹਾਂ ਗੋਲਡ ਨੰਬਰ ਦੇ ਨਾਲ ਕਿਸ ਨਾਲ ਲਿਖਦੇ ਹਾਂ ਗੋਲਡ ਨੰਬਰ ਦੇ ਨਾਲ ਤਾਂ ਇਹ ਧਿਆਨ ਰੱਖਣਾ ਜਿਸ ਦਾ ਗੋਲਡ ਨੰਬਰ ਜਿੰਨਾ ਜ਼ਿਆਦਾ ਹੋਏਗਾ ਪ੍ਰੋਟੈਕਟਿਵ ਪਾਵਰ ਓਨੀ ਹੀ ਕੀ ਹੁੰਦੀ ਹੈ ਉਸਦੀ ਘੱਟ ਹੁੰਦੀ ਹੈ ਸੋ ਗੋਲਡ ਨੰਬਰ ਐਂਡ ਪ੍ਰੋਟੈਕਟਿਵ ਪਾਵਰ ਆਰ ਇਨਵਰਸਲੀ ਪ੍ਰੋਪੋਰਸ਼ਨਲ ਟੂ ਈਚ ਅਦਰ ਧਿਆਨ ਰੱਖਣਾ ਹੈ क्वेश्चन नंबर 88 द ट्रांजिशन जोन फॉर रमन स्पेक्ट्रा ਤਾਂ ਇਹ ਕਿਹਦੇ ਵਿੱਚ ਬਿਟਵੀਨ ਲਾਈ ਕਰਦਾ ਹੈ ਵਾਈਬ੍ਰੇਸ਼ਨਲ ਐਂਡ ਰੋਟੇਸ਼ਨਲ ਅਤੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ ਕਿਉਂ ਕਿਉਂਕਿ ਜੋ ਰਮਨ ਸਪੈਕਟਰਾ ਹੈ that lies in a visible region ਐਂਡ ਜੋ ਤੁਹਾਡਾ ਵਿਜ਼ੀਬਲ ਰੀਜਨ ਹੁੰਦਾ ਹੈ ਉਹ ਕਿਸ ਦੇ ਵਿੱਚ ਲਾਈ ਕਰਦਾ ਹੈ ਤੁਹਾਡਾ ਇਨਫਰਾਰੈਡ ਐਂਡ ਮਾਈਕ੍ਰੋਵੇਵ ਦੇ ਵਿੱਚ ਲਾਈ ਕਰਦਾ ਹੈ ਤਾਂ ਧਿਆਨ ਰੱਖਣਾ 82 ਦਾ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ क्वेश्चन नंबर 89 ਕਹਿੰਦੇ એનર્ਜੀ ਆਫ ਅ ਹਾਈਡਰੋਜਨ ਐਟਮ ਗਿਵਨ ਹੈ where RH is the Rydberg's constant ਡੀਜਨਰੇਸੀ ਦੱਸੋ ਤਾਂ ਦੇਖੋ ਅਗਰ ਸਿਸਟਮ ਦੀ એનર્ਜੀ ਆਪਾਂ ਇਦਾਂ ਲਿਖਦੇ ਹਾਂ RHHC by n square ਤਾਂ ਜੋ ਤੁਹਾਡੀ ਸਟੇਟ ਦੀ ਡੀਜਨਰੇਸੀ ਹੈ that is your n square ਤਾਂ ਜੋ ਸਟੇਟ ਦੀ ਡੀਜਨਰੇਸੀ ਹੁੰਦੀ ਹੈ ਉਸ ਨੂੰ ਆਪਾਂ ਕਾਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਟਰਮ n square ਦੇ ਨਾਲ ਤਾਂ ਅਗਰ ਦੋਨਾਂ ਨੂੰ ਕੰਪੇਅਰ ਕਰੋ ਤਾਂ ਇੱਥੇ n square ਦੀ ਵੈਲਿਊ ਕਿੰਨੀ ਦਿੱਤੀ ਹੈ ਤੁਹਾਡੀ 25 ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ 89 ਦਾ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ ਕੁਐਸਚਨ ਨੰਬਰ 91 ਜੋ ਤੁਹਾਡਾ ਫ੍ਰੈਂਕ ਕੋਂਡਨ ਪ੍ਰਿੰਸੀਪਲ ਹੈ ਉਹ ਕਿਸ ਚੀਜ਼ ਦੇ ਨਾਲ ਰਿਲੇਟਡ ਹੈ ਤਾਂ ਧਿਆਨ ਰੱਖਣਾ that is related to your electronic transitions and internuclear distance ਦੇ ਨਾਲ ਰਿਲੇਟਡ ਹੁੰਦਾ ਹੈ ਤਾਂ 91 ਦਾ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ ਆਏਗਾ ਕੁਐਸਚਨ ਨੰਬਰ 92 which of the following is not a type of bending molecular vibration ਤਾਂ ਜੋ ਦੇਖੋ ਬੈਂਡਿੰਗ ਚ ਕਿਹੜੇ ਕਿਹੜੇ ਆਉਂਦੇ ਨੇ ਤੁਹਾਡੇ ਧਿਆਨ ਰੱਖਣਾ that is your wagging rocking twisting ਤੇ ਸੀਜ਼ਰਿੰਗ ਇਹ ਤੁਹਾਡੇ ਆਉਂਦੇ ਨੇ ਬੈਂਡਿੰਗ ਦੇ ਵਿੱਚ ਜਿਹਦੇ ਵਿੱਚ ਐਂਗਲ ਦਾ ਚੇਂਜ ਆਉਂਦਾ ਹੈ ਠੀਕ ਹੈ ਐਂਗਲ ਡਿਕਰੀਜ਼ ਕਰਦਾ ਹੈ ਜਾਂ ਇਨਕਰੀਜ਼ ਕਰਦਾ ਹੈ ਜੋ ਸਟ੍ਰੈਚਿੰਗ ਹੈ that is different type of vibrations ਤਾਂ ਇੱਥੇ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ क्वेश्चन नंबर 93 एन एडियाबैटिक प्रोसेस इज ਉਹ ਕੀ ਹੁੰਦਾ ਹੈ ਤੁਹਾਡਾ ਆਈਸੋ ਇੰਥੈਲਪਿਕ ਹੁੰਦਾ ਹੈ ਐਂਡ that ਰਿਜ਼ਲਟ ਕਿੱਥੋਂ ਆਉਂਦਾ ਹੈ ਤੁਹਾਡਾ ਜੂਲ ਥੌਮਸਨ ਐਕਸਪੈਰੀਮੈਂਟ ਤੋਂ ਆਉਂਦਾ ਹੈ ਜੂਲ ਥੌਮਸਨ ਜੋ ਐਕਸਪੈਰੀਮੈਂਟ ਹੈ ਉਹ ਇਹ ਚੀਜ਼ ਨੂੰ ਐਕਸਟੇਟ ਕਰਦੀ ਹੈ that ਜੋ ਤੁਹਾਡੀ ਇੰਥੈਲਪੀ ਦਾ ਚੇਂਜ ਹੈ for a adiabatic process that remains constant so that is why it is your isoenthalpic in nature